ਜਿਨ੍ਹਾਂ ਬੰਦਿਆਂ ਦੇ ਉੱਤੇ ਕੇਸ ਲੱਗੇ, ਜਿਨ੍ਹਾਂ ਦੇ ਉੱਤੇ FIR ਹੋਈਆਂ, ਉਹ ਅੱਜ ਦੂਜੀ ਪਾਰਟੀ ਬਣਾ ਕੇ ਇਲੈਕਸ਼ਨ ਲੜ ਰਹੇ ਹੋ। ਜਿਹੜੇ ਤੁਸੀਂ ਇਲਜ਼ਾਮ ਦੀ ਗੱਲ ਕਰ ਰਹੇ ਹੋ ਕਿ ਸਿਰਸਾ ਸਾਹਿਬ ਦੇ ਉੱਤੇ ਲੱਗੇ, ਉਹ ਤੁਹਾਨੂੰ ਦੱਸਣਾ ਚਾਹੁੰਦਾ ਇਹ ਇੱਕ ਬਦਲੇ ਦੀ ਨੀਤੀ ਦੇ ਵਿੱਚ ਇੱਕ ਮੋਟੀਵੇਟਿਡ ਸੀ ਜਿਹਨੂੰ ਕੋਈ ਸਾਬਿਤ ਨਹੀਂ ਕਰ ਸਕਿਆ। ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਲਾਏ। ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਪ੍ਰੈਸ ਕਾਨਫਰੰਸਿਸ ਕਰਕੇ ਸਰਦਾਰ ਮਨਜੀਤ ਸਿੰਘ ਦੇ ਪਰਦੇ ਖੋਲੇ ਔਰ ਉਹਦਾ ਜਵਾਬ ਦੇਣਾ ਸਰਦਾਰ ਮਨਜੀਤ ਸਿੰਘ ਜੀਕੇ ਦੀ ਜ਼ਿੰਮੇਵਾਰੀ ਬਣਦੀ ਸੀ। ਪਰ ਅੱਜ ਹਾਲਾਤ ਇਹ ਬਣ ਚੁੱਕੇ ਨੇ, ਜਦੋਂ ਦੀ ਇਲਜ਼ਾਮਬਾਜ਼ੀ ਸ਼ੁਰੂ ਹੋਈ ਹੈ ਅੱਜ ਲੋਕ ਹੁਣ ਦੇ ਆਗੂਆਂ ਨੂੰ ਹੀ, ਜਿਹੜੇ ਹੁਣ ਕਾਬਜ ਨੇ, ਚਾਹੇ ਹੁਣ ਨੇ ਚਾਹੇ ਜਿਨ੍ਹਾਂ ਤੇ ਵੀ ਇਲਜ਼ਾਮ ਲੱਗੇ ਨੇ, ਉਹਨਾਂ ਨੂੰ ਵੀ ਮੰਨਤਾ ਦਾ ਦਰਜਾ ਦੇ ਰਹੇ। ਇਹ ਜੋ ਮਰਜ਼ੀ ਦਿਨ ਇਹ ਆਪੋਜੀਸ਼ਨ ਦੇ ਰਹੀ ਹੈ, ਸੰਗਤ ਨਹੀਂ ਦੇ ਰਹੀ। ਜਿਸ ਦੇ ਉੱਪਰ ਗੋਲੀकांड ਨੂੰ ਲੈ ਕੇ ਜਾਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਸ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ, ਤੁਹਾਨੂੰ ਕੀ ਲੱਗਦਾ ਹੈ ਉਸ ਦਾ ਅਸਰ ਇੱਥੇ ਦਿੱਲੀ ਚੋਣਾਂ ਦੇ ਵਿੱਚ ਦਿਖਾਈ ਦੇ ਰਿਹਾ? ਤੁਹਾਨੂੰ ਕੋਈ ਨੁਕਸਾਨ ਉਠਾਉਣਾ ਪਏਗਾ ਉਸ ਦਾ? ਦੇਖੋ ਬਿਲਕੁਲ ਨਹੀਂ, ਕੋਈ ਇਹੋ ਜਿਹੀ, ਕਿਉਂਕਿ ਸਾਰੀ ਗੱਲਾਂ ਦਾ ਸਪਸ਼ਟੀਕਰਨ ਹੋ ਚੁੱਕਾ ਹੈ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮਤਲਬ ਹੈ ਮਨਜਿੰਦਰ ਸਿੰਘ ਸਿਰਸਾ ਵੀ ਉਹ ਕਿਸੇ ਦੀ ਸਲਾਹ ਨਹੀਂ ਲੈਂਦੇ। ਸਮਝ ਨਹੀਂ ਆ ਰਿਹਾ ਉਹਨਾਂ ਨੂੰ ਕੋਲੋਂ, ਇਹ ਬਰਦਾਸ਼ਤ ਨਹੀਂ ਹੋ ਰਿਹਾ ਸਾਡੇ ਵਿਰੋਧੀਆਂ ਕੋਲੋਂ ਕਿ ਸਾਡੀ ਟੀਮ ਜਿਹੜੀ ਹੈ ਉਹ ਇੱਕ ਇੰਨੀ ਕੋਆਰਡੀਨੇਸ਼ਨ ਦੇ ਨਾਲ ਕੰਮ ਕਿਉਂ ਕਰ ਰਹੀ ਹੈ। ਉਹ ਡਾਈਜੈਸਟ ਨਹੀਂ ਹੋ ਰਿਹਾ। ਉਹ ਤੇ ਇਸ ਮੌਕੇ ਦੀ ਭਾਲ ਦੇ ਵਿੱਚ ਸੀ ਕਿ ਜਿਸ ਵਕਤ ਚੋਣਾਂ ਆਣਗੀਆਂ, ਸੀਟਾਂ ਨੂੰ ਲੈ ਕੇ ਕਾਲਕੇ ਤੇ ਸਿਰਸੇ ਦਾ ਆਪਸ ਵਿੱਚ ਟਕਰਾਰ ਹੋਏਗਾ ਤੇ ਅਸੀਂ ਉਹ 'ਚੋਂ ਕੋਈ ਲਾਹਾ ਕੱਢਾਂਗੇ। ਹੋਏਗਾ ਇਲੈਕਸ਼ਨ ਦੇ ਉੱਪਰ। ਛੱਡੋ, ਹੁਣ ਰਣਜੀਤ ਸਿੰਘ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਸਮਾਂ ਖਰਾਬ ਹੋ ਜਾਏਗਾ। ਭਾਈ ਰਣਜੀਤ ਸਿੰਘ ਦਾ ਕੀ ਸਟੈਂਡ ਹੈ? 4 ਸਾਲਾਂ ਦੇ ਵਿੱਚ 15 ਦਿਨ ਵਸੇ ਦਿੱਲੀ ਜਾਂਦੇ ਨੇ, ਲੋਕਾਂ ਨੂੰ ਆ ਕੇ ਗਾਲਾਂ ਕੱਢਣੀਆਂ, ਬਾਦਲਾਂ ਨੂੰ ਉਹਨਾਂ ਨੇ ਗਾਲਾਂ ਕੱਢਣੀਆਂ, ਉਹਦੇ ਇਲਾਵਾ ਕੋਈ ਕੰਮ ਨਹੀਂ। ਇਹੀ ਭਾਈ ਰਣਜੀਤ ਸਿੰਘ ਜੀ ਸਿੰਘ ਜਿਹੜਾ ਦੋਨੋਂ ਭਰਾਵਾਂ ਨੂੰ ਚੰਟੂ ਬੰਟੂ ਕਰਕੇ ਬੁਲਾਉਂਦਾ ਸੀ, ਕਦੀ ਬੰਟੀ ਬਬਲੀ ਕਰਕੇ ਬੁਲਾਉਂਦਾ ਸੀ, ਅੱਜ ਉਹਨਾਂ ਨਾਲ ਗੱਲ ਵਕੜੀ ਪਾਈ ਬੈਠੇ ਆ। ਮੈਨੂੰ ਤਾਂ ਇਹਨਾਂ ਦਾ ਅਲਾਈਅੰਸ ਹੀ ਨਹੀਂ ਸਮਝ ਆ ਰਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ, ਜਿਸ ਦੇ ਚੱਲਦਿਆਂ ਹੋਇਆਂ 46 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਹਰ ਪਾਰਟੀ ਦਾ ਜ਼ੋਰ ਲੱਗਾ ਹੋਇਆ ਹੈ ਕਿ ਇਸ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਉਹ ਜਿੱਤ ਹਾਸਲ ਕਰੇ। ਹਰ ਪਾਰਟੀ ਆਪਣੀ ਜ਼ੋਰ ਅਜ਼ਮਾਇਸ਼ ਕਰ ਰਹੀ ਹੈ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਮੌਜੂਦ ਨੇ। ਉਹ ਵੀ ਇਸ ਵਾਰ ਫਿਰ ਚੋਣ ਲੜ ਰਹੇ ਨੇ। ਕੀ ਉਹਨਾਂ ਦੀ ਜਿੱਤ ਹੋਏਗੀ? ਉਹਨਾਂ ਦੀ ਪਾਰਟੀ ਕਿੱਥੇ ਖੜੀ ਹੈ? ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਕਾਲਕਾ ਸਾਹਿਬ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਲੱਗਦਾ ਹੈ ਤੁਹਾਨੂੰ, ਤੁਹਾਡੀ ਕੀ ਪੋਜੀਸ਼ਨ ਹੈ ਦਿੱਲੀ ਦੇ ਵਿੱਚ? ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦਾ ਬਹੁਤ ਮਾੜਾ ਹਾਲ ਰਿਹਾ। ਇੱਥੇ ਕੀ ਪੋਜੀਸ਼ਨ ਲੱਗਦੀ ਤੁਹਾਨੂੰ? ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ ਹੈ ਨਾ, ਇਹ ਇੱਕ ਅਹਿਮ ਰੋਲ ਰੱਖਦੇ ਨੇ ਹਰ ਸਿੱਖ ਦੇ ਕਿਰਦਾਰ ਵਿੱਚ, ਹਰ ਸਿੱਖ ਦੇ ਘਰ ਦੇ ਵਿੱਚ, ਕਿਉਂਕਿ ਉਹ ਆਪਣਾ ਨੁਮਾਇੰਦਾ ਇਹੋ ਜਿਹਾ ਚੁਣਨਾ ਚਾਹੁੰਦੇ ਨੇ ਜਿਹੜਾ ਸੇਵਾ ਨੂੰ ਪਰਪੱਕ ਹੋਵੇ, ਜਿਹੜਾ ਇਮਾਨਦਾਰੀ ਤੋਂ ਪਰਪੱਕ ਹੋਵੇ, ਜਿਹੜਾ ਲੋਕਾਂ ਦੇ ਹਿੱਤਾਂ ਲਈ ਖੜੇ ਹੋ ਸਕਦੇ ਹੋ। ਔਰ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ, ਸਾਡੀ ਸ਼੍ਰੋਮਣੀ ਅਕਾਲੀ ਦਲ ਟੀਮ ਨੇ ਕੰਮ ਕੀਤਾ, ਮੈਂ ਸਮਝਦਾ ਕਿ ਇੱਕ ਮਿਸਾਲ ਬਣਾਈ ਹੈ ਪੂਰੀ ਦੁਨੀਆ ਦੇ ਵਿੱਚ। ਸੋ ਮੈਨੂੰ ਲੱਗਦਾ ਲੋਕਾਂ ਨੇ ਮਨ ਬਣਾਇਆ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਜਿੱਤ ਪੂਰੀ ਪਾਰਟੀ ਦੀ ਹੋਏਗੀ। ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਕਿ ਸੇਵਾ ਦੇ ਆਧਾਰ ਤੇ ਲੋਕ ਆਪਣੇ ਉਮੀਦਵਾਰ ਨੂੰ ਚੁਣਦੇ ਨੇ ਜਾਂ ਉਹਨੂੰ ਸੇਵਾ ਦਾ ਮੌਕਾ ਦਿੰਦੇ ਨੇ। ਪਰ ਪਿਛਲੇ ਸਮੇਂ ਦੌਰਾਨ ਜੇਕਰ ਤੁਸੀਂ ਸੇਵਾ ਕੀਤੀ ਹੈ ਤਾਂ ਸੇਵਾ ਦੇ ਦੌਰਾਨ ਤੁਹਾਡੇ ਤੇ, ਤੁਹਾਡੀ ਪਾਰਟੀ ਦੇ ਉੱਪਰ ਐਲੀਗੇਸ਼ਨ ਵੀ ਲੱਗਦੇ ਰਹੇ ਨੇ, ਚਾਹੇ ਉਹ ਕਰਪਸ਼ਨ ਦੇ ਹੋਣ, ਕਈ ਕੇਸ ਵੀ ਹੋਏ ਸਿਰਸਾ ਸਾਹਿਬ ਦੀ ਜੇਕਰ ਗੱਲ ਕਰੀਏ। ਉਸ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਨੂੰ ਕੀ ਲੱਗਦਾ ਇਸ ਵਾਰ ਜਨਤਾ ਤੁਹਾਡੇ ਨਾਲ ਖੜੇਗੀ? ਦੇਖੋ, ਜਿੱਥੇ ਤੱਕ ਕੇਸ ਦੀ ਗੱਲ ਹੈ, ਜਿਨ੍ਹਾਂ ਬੰਦਿਆਂ ਦੇ ਉੱਤੇ ਕੇਸ ਲੱਗੇ, ਜਿਨ੍ਹਾਂ ਦੇ ਉੱਤੇ FIR ਹੋਈਆਂ, ਉਹ ਅੱਜ ਦੂਜੀ ਪਾਰਟੀ ਬਣਾ ਕੇ ਇਲੈਕਸ਼ਨ ਲੜ ਰਹੇ। ਔਰ ਸਾਡੀ ਪਾਰਟੀ ਨੇ ਕਿੰਨਾ ਵੱਡਾ ਪਹਿਰਾ ਦਿੱਤਾ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ, ਭਾਵੇਂ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਏ ਸਰਦਾਰ ਮਨਜੀਤ ਸਿੰਘ ਜੀਕੇ। ਜਦ ਉਹਨਾਂ ਦੇ ਉੱਤੇ ਚੋਰੀਆਂ ਦੇ ਇਲਜ਼ਾਮ ਲੱਗੇ, ਸਾਡੀ ਪਾਰਟੀ ਨੇ ਇੱਕੋ ਫੈਸਲਾ ਲਿਆ ਕਿ ਜਦ ਤੱਕ ਤੁਸੀਂ ਇਹਨਾਂ ਤੋਂ ਬਰੀ ਨਹੀਂ ਹੁੰਦੇ, ਤੁਹਾਨੂੰ ਪਾਰਟੀ ਤੋਂ ਕੱਢਿਆ ਜਾਂਦਾ ਔਰ ਤੁਸੀਂ ਇਹਦੇ ਜਵਾਬ ਦਿਵੋ ਸੰਗਤ ਨੂੰ। ਮਗਰ ਉਹਨਾਂ ਨੇ ਹਮੇਸ਼ਾ ਆਪਣੀ ਇੱਕੋ ਗੱਲ ਰੱਖੀ ਕਿ ਮੈਂ ਜਿਹੜੇ ਮੇਰੇ ਕੇਸ ਚੱਲ ਰਹੇ, ਮੈਂ ਇਹਨਾਂ ਦਾ ਜਵਾਬ ਕੋਰਟ ਦੇ ਵਿੱਚ ਦੇਵਾਂਗਾ। ਮਗਰ ਅਸੀਂ ਗੁਰੂ ਦੀ ਕਚਹਿਰੀ ਨੂੰ ਸਭ ਤੋਂ ਵੱਡਾ ਕੋਰਟ ਸਮਝਦੇ ਹਾਂ ਔਰ ਪੂਰੀ ਪਾਰਟੀ ਨੇ ਫੈਸਲਾ ਲੈ ਕੇ, ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਉਹਨਾਂ ਨੇ ਪਾਰਟੀ ਚੋਂ ਕੱਢਣ ਦਾ ਫੈਸਲਾ ਲਿਆ, ਪਹਿਰਾ ਦਿੱਤਾ ਹੈ ਇਮਾਨਦਾਰੀ ਦੇ ਉੱਤੇ। ਔਰ ਜਿਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਇਲਜ਼ਾਮ ਦੀ ਗੱਲ ਕਰ ਰਹੇ ਹੋ ਕਿ ਸਿਰਸਾ ਸਾਹਿਬ ਦੇ ਉੱਤੇ ਲੱਗੇ, ਉਹ ਤੁਹਾਨੂੰ ਦੱਸਣਾ ਚਾਹੁੰਦਾ ਇਹ ਇੱਕ ਬਦਲੇ ਦੀ ਨੀਤੀ ਦੇ ਵਿੱਚ ਇੱਕ ਮੋਟੀਵੇਟਿਡ ਸੀ ਜਿਹਨੂੰ ਕੋਈ ਸਾਬਿਤ ਨਹੀਂ ਕਰ ਸਕਿਆ, ਨਾ ਕੋਈ ਗੱਲ ਹੋਈ, ਕਿਉਂਕਿ ਜਿਸ ਦਿਨ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਅਗਲੇ ਦਿਨ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਪਸ਼ਟੀਕਰਨ ਦਿੱਤਾ ਔਰ ਸਾਰੀ ਦੁਨੀਆ ਨੇ ਉਸ ਚੀਜ਼ ਨੂੰ ਦੇਖਿਆ। ਜਿਹੜੇ ਬਿੱਲਾਂ ਦੇ ਉੱਤੇ, ਜਿਹੜੀ ਗੱਲ ਦੇ ਉੱਤੇ ਸਰਦਾਰ ਮਨਜੀਤ ਸਿੰਘ ਜੀਕੇ ਦੇ ਆਪਣੇ ਸਾਈਨ ਹੋਣ,
ਉਹ ਦੂਜੇ ਦੇ ਉੱਤੇ ਇਲਜ਼ਾਮ ਲਾਉਣ ਦੀ ਗੱਲ ਕਰੇ। ਸੋ ਮੈਂ ਸਮਝਦਾ ਇਹ ਬਦਲੇ ਦੀ ਭਾਵਨਾ ਦੇ ਨਾਲ ਮੋਟੀਵੇਟਿਡ ਸੀ, ਮਗਰ ਸਾਡੀ ਟੀਮ ਨੇ ਕਰਪਸ਼ਨ ਨੂੰ ਵੀ ਐਂਟੀ ਕਰਪਸ਼ਨ ਕੰਮ ਕੀਤਾ ਔਰ ਜਿਹੜੀ ਮਾਨਵਤਾ ਦੀ ਸੇਵਾ ਦਾ ਬੀੜਾ ਚੁੱਕਿਆ ਸੀ ਉਹ ਤੁਹਾਡੇ ਸਾਹਮਣੇ ਅਸੀਂ ਪੂਰਾ ਕੀਤਾ ਪਿਛਲੇ 2 ਸਾਲਾਂ 'ਚ। ਪਰ ਤੁਹਾਨੂੰ ਲੱਗਦਾ ਨਹੀਂ ਇਹ ਇਲਜ਼ਾਮਬਾਜ਼ੀਆਂ ਦੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸ਼ਾਖ ਜਿਹੜੀ ਹੈ ਬਹੁਤ ਹੇਠਾਂ ਡਿੱਗੀ ਹੈ? ਭਾਵੇਂ ਕਿ ਤੁਸੀਂ ਆਪਣੇ ਕੰਮਾਂ ਦੀ ਗੱਲ ਕਰ ਰਹੇ ਹੋ, ਪਰ ਜਦੋਂ ਇਲਜ਼ਾਮਬਾਜ਼ੀਆਂ ਹੋਈਆਂ, ਚਾਹੇ ਉਹ ਗੋਲਕ ਨੂੰ ਲੁੱਟਣ ਦੀ ਗੱਲ ਹੋਈ, ਗੋਲਕ ਦੇ ਵਿੱਚੋਂ ਪੈਸਾ ਖਾਣ ਦੀ ਗੱਲ ਹੋਈ, ਇਸ ਇਲਜ਼ਾਮਬਾਜ਼ੀ ਨਾਲ ਚਾਹੇ ਸਿਰਸਾ ਸਾਹਿਬ ਨੇ ਜੀਕੇ ਸਾਹਿਬ ਤੇ ਲਾਏ ਹੋਣ ਜਾਂ ਜੀਕੇ ਸਾਹਿਬ ਨੇ ਸਿਰਸਾ ਸਾਹਿਬ ਤੇ ਲਾਏ ਹੋਣ, ਪਰ ਲੋਕਾਂ ਦੇ ਵਿੱਚ ਇੱਕ ਗਲਤ ਮੈਸੇਜ ਨਹੀਂ ਗਿਆ ਕਿ ਜਿਹੜੇ ਆਗੂ ਨੇ, ਅੱਜ ਦੇ ਧਾਰਮਿਕ ਆਗੂ ਹੀ, ਉਹ ਗੁਰਦੁਆਰਿਆਂ ਦੀ ਗੋਲਕਾਂ ਨੂੰ ਲੁੱਟ-ਲੁੱਟ ਖਾ ਰਹੇ ਨੇ? ਦੇਖੋ, ਇਹ ਬਿਲਕੁਲ ਠੀਕ ਗੱਲ ਕਹੀ ਤੁਸੀਂ। ਇਹ ਗੱਲ ਜਿਸ ਵਕਤ ਸ਼ੁਰੂ ਹੁੰਦੀ ਹੈ 2018 ਦੇ ਅਕਤੂਬਰ ਵਾਲੇ ਦਿਨ ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਲਾਏ। ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਪ੍ਰੈਸ ਕਾਨਫਰੰਸਿਸ ਕਰਕੇ ਸਰਦਾਰ ਮਨਜੀਤ ਸਿੰਘ ਦੇ ਪਰਦੇ ਖੋਲੇ ਔਰ ਉਹਦਾ ਜਵਾਬ ਦੇਣਾ ਸਰਦਾਰ ਮਨਜੀਤ ਸਿੰਘ ਜੀਕੇ ਦੀ ਜ਼ਿੰਮੇਵਾਰੀ ਬਣਦੀ ਸੀ। ਅਸੀਂ ਪਾਰਟੀ ਦੇ ਹਿੱਸੇਦਾਰ ਸੀ, ਅਸੀਂ ਉਹਨਾਂ ਨਾਲ ਬੈਠਦੇ ਸੀ, ਅਸੀਂ ਉਹਨਾਂ ਨੂੰ ਇਹੀ ਗੱਲ ਕਰਦੇ ਸੀ ਕਿ ਤੁਸੀਂ ਉਹਦਾ ਜਵਾਬ ਦਿਓ, ਮਗਰ ਉਹਨਾਂ ਨੇ ਜਵਾਬ ਨਹੀਂ ਦਿੱਤਾ। ਔਰ ਇਹ ਗੱਲ ਬਿਲਕੁਲ ਤੁਸੀਂ ਗੱਲ ਕਹੀ ਹੈ ਕਿ ਅਕਸ ਜਿੰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਾਊਨ ਹੋਇਆ ਸੀ ਉਸ ਸਮੇਂ ਦੇ ਉੱਤੇ ਹਰ ਲੋਕ ਇੱਕ ਦੂਜੇ ਨੂੰ ਚੋਰ ਕਹਿਣ ਲੱਗ ਪਏ ਸੀ। ਇਹਦੇ ਵਿੱਚ ਸਾਡੀ ਪਾਰਟੀ ਵੱਲੋਂ ਤਾਂ ਕੋਈ ਦੋਸ਼ ਵਿਦੋਸ਼ ਦੀ ਗੱਲ ਨਹੀਂ ਹੋਈ। ਗੱਲ ਤੇ ਜਿਸ ਵਕਤ ਕਲੈਰਿਟੀ ਮੰਗਾਂਗੇ ਔਰ ਜਿਹੜਾ ਪ੍ਰਧਾਨ ਹੈ ਉਹ ਕਲੈਰਿਟੀ ਨਹੀਂ ਦੇਗਾ ਤੇ ਫਿਰ ਅਸੀਂ ਪਾਰਟੀ ਤੋਂ ਕੱਢਿਆ। ਮਗਰ ਦੋਸ਼ ਲਾਏ ਜਿਹੜੇ ਔਰ ਜਿੰਨੇ ਕੋਰਟਾਂ ਦੇ ਵਿੱਚ ਕੇਸ ਕਰਾਇਆ ਸਰਦਾਰ ਗੁਰਮੀਤ ਸਿੰਘ ਸ਼ੰਟੀ ਸੀ ਔਰ ਅਸੀਂ ਉਸ ਸਬਰ ਨੂੰ ਉਹਨੂੰ ਦੇਖਦੇ ਹੋਏ ਇਹ ਗੱਲ ਕੀਤੀ ਕਿ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਕੋਈ ਦੋਸ਼ ਵਿਦੋਸ਼ ਦੀ ਰਾਜਨੀਤੀ ਨਹੀਂ ਕੀਤੀ। ਅਸੀਂ ਲੋਕਾਂ ਦੇ ਵਿੱਚ ਇਸ ਸੰਸਥਾ ਦਾ ਨਾਮ ਉੱਚਾ ਕਰਨਾ ਚਾਹੁੰਦੇ ਸੀ। ਅੱਜ ਤੁਹਾਡੇ ਸਾਹਮਣੇ ਇਸ ਸੰਸਥਾ ਦਾ ਨਾਮ ਕਿਸ ਤਰੀਕੇ ਨਾਲ ਉੱਚਾ ਕੀਤਾ ਹੈ ਕਿ ਅੱਜ ਦੁਨੀਆ ਦਾ ਸਭ ਤੋਂ ਪਹਿਲਾ ਫ੍ਰੀ ਹਸਪੀਟਲ ਜਿਹੜਾ ਕਿਡਨੀ ਦਾ ਸ਼ੁਰੂ ਕੀਤਾ ਸਾਡੀ ਕਮੇਟੀ ਨੇ ਕੀਤਾ। MRI ਦੁਨੀਆ ਦੀ ਸਭ ਤੋਂ ਸਸਤੀ ਸ਼ੁਰੂ ਕੀਤੀ ਕਿੰਨੇ ਕੀਤੀ? ਸਾਡੀ ਕਮੇਟੀ ਨੇ ਕੀਤੀ। ਸਭ ਤੋਂ ਸਸਤੀਆਂ ਦਿੱਲੀ ਸ਼ਹਿਰ ਦੇ ਵਿੱਚ ਅਗਰ ਕੋਈ ਦਵਾਈਆਂ ਮਿਲਦੀਆਂ ਤਾਂ ਬਾਲਾ ਪ੍ਰੀਤਮ ਦਵਾਖਾਨੇ 'ਚ ਸਾਡੀ ਕਮੇਟੀ ਨੇ ਕੀਤੀ। ਇਹ ਕੰਮ ਕਰਕੇ ਜਿਸ ਤਰੀਕੇ ਦੇ ਨਾਲ ਕੋਵਿਡ ਦੀ ਮਹਾਮਾਰੀ ਦੇ ਵਿੱਚ ਸੇਵਾਵਾਂ ਕੀਤੀਆਂ, ਲੋਕਾਂ ਨੇ ਸਰਾਹਨਾ ਕੀਤੀ, ਲੋਕਾਂ ਨੇ ਸ਼ਲਾਘਾ ਕੀਤੀ ਔਰ ਉਹ ਸ਼ਲਾਘਾ ਦਾ ਸਿਲਾ ਹੈ ਕਿ ਅੱਜ ਸਿੱਖ ਕਮਿਊਨਿਟੀ ਨੂੰ ਇੱਕ ਮਾਨਵਤਾ ਦੀ ਸੇਵਾ ਕਰਕੇ ਲੋਕ ਮੰਨਦੇ ਨੇ ਔਰ ਅੱਜ ਪੂਰੀ ਕੌਮ ਦਾ ਅਗਰ ਸਿਰ ਉੱਚਾ ਹੋਇਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ ਹੋਇਆ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਣ ਹੈ? ਸਿੱਖਾਂ ਦੀ ਚੁਣੀ ਹੋਈ ਜਥੇਬੰਦੀ ਹੈ। ਕਾਲਕਾ ਸਾਹਿਬ, ਤੁਸੀਂ 2 ਸਾਲਾਂ ਦੀ ਗੱਲ ਕੀਤੀ ਕਿ ਨਾਅਰਾ ਵੀ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ 2 ਸਾਲ ਦੇ ਜਿਹੜੇ ਕੰਮ, ਬੇਮਿਸਾਲ ਕੰਮ ਤੁਸੀਂ ਕੀਤੇ, ਉਸ ਬਾਰੇ ਗੱਲ ਕੀਤੀ ਜਾ ਰਹੀ ਹੈ। ਪਰ ਸੰਗਤ ਦਾ ਇੱਕ ਸਵਾਲ ਹੈ, ਪਿਛਲੇ 6 ਸਾਲ ਕਿੱਥੇ ਗਏ? ਕਿਉਂਕਿ 8 ਸਾਲ ਤੋਂ ਕਿਤੇ ਨਾ ਕਿਤੇ ਤੁਸੀਂ ਨਾਲ ਹੀ ਰਹੇ, ਚਾਹੇ ਉਹ ਜਨਰਲ ਸਕੱਤਰ ਦੇ ਰੂਪ 'ਚ ਸੀਗੇ, ਚਾਹੇ ਉਹ ਮੈਂਬਰ ਦੇ ਰੂਪ 'ਚ ਸੀਗੇ, ਤੁਸੀਂ ਵੀ ਜੀਕੇ ਸਾਹਿਬ ਦੇ ਨਾਲ ਹੀ ਸੀ। ਪਰ ਪਿਛਲੇ 6 ਸਾਲ ਫਿਰ ਵਿਅਰਥ ਗਏ। 6 ਸਾਲ ਕੁਝ ਕੰਮ ਹੀ ਨਹੀਂ ਕੀਤਾ ਜਾਂ ਤੁਹਾਡੇ ਵੱਲੋਂ ਕਰਾਇਆ ਨਹੀਂ ਗਿਆ। ਮੈਂਬਰ ਤਾਂ ਤੁਹਾਡੇ ਹੀ ਸੀ, ਸਾਰੇ ਪਾਰਟੀ ਤੁਹਾਡੀ ਸੀ। ਦੇਖੋ, ਤੁਸੀਂ ਉਹਦਾ ਨਾਰਾ ਪੂਰਾ ਸੁਣੋ, ਪੂਰਾ ਪੜੋ, ਉਹਦੇ 'ਚ ਕੀ ਲਿਖਿਆ। 2 ਸਾਲ ਕੰਮ ਬੇਮਿਸਾਲ। ਮੈਂ 6 ਸਾਲ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਪਾਰਟੀ ਦੇ 100 ਸਾਲ ਦੇ ਪੁਰਾਣੇ ਇਤਿਹਾਸ ਦੀ ਗੱਲ ਕਰਦਾ। 100 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਹਰ ਪੰਥਕ ਲੜਾਈ ਦੇ ਉੱਤੇ ਪਹਿਰਾ ਦਿੰਦੀ ਆਈ ਹੈ। ਹਿੰਦੁਸਤਾਨ ਦੇ ਵਿੱਚ ਪੰਥ ਦੇ ਉੱਤੇ ਕੋਈ ਪੀੜਾ ਪਈ ਹੈ, ਸ਼੍ਰੋਮਣੀ ਅਕਾਲੀ ਦਲ ਦੇ ਮੋਰਚੇ ਲਾਏ ਨੇ। ਤੁਸੀਂ ਸ਼ੁਰੂ ਕਰ ਲਓ ਨਨਕਾਣਾ ਸਾਹਿਬ ਦੇ ਮੋਰਚੇ ਤੋਂ, ਸ਼ੁਰੂ ਕਰ ਲਓ ਜੈਤੋ ਦੇ ਮੋਰਚੇ ਤੋਂ, ਸ਼ੁਰੂ ਕਰ ਲਓ ਤੁਸੀਂ ਚਾਬੀਆਂ ਦੇ ਮੋਰਚੇ ਤੋਂ। ਕੋਈ ਮੋਰਚਾ ਹੋਏ, ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਹੈ। 1984 ਦੀ ਲੜਾਈ ਲੜੀ ਹੈ ਤੇ ਅਕਾਲੀ ਦਲ ਨੇ ਲੜੀ ਹੈ। ਤੁਸੀਂ ਗੱਲ 100 ਸਾਲ ਤੋਂ ਚੱਲੋ। ਅਸੀਂ ਜਿਹੜੇ ਬੋਲੇ ਕਿ ਕੰਮ ਬੇਮਿਸਾਲ, ਕੰਮ ਬੇਮਿਸਾਲ ਇਸ ਕਰਕੇ ਅਸੀਂ ਬੋਲ ਰਹੇ ਹਾਂ ਕਿ ਸਾਡੀ ਟੀਮ ਨੇ ਜਦ ਆ ਕੇ ਸਾਨੂੰ ਜ਼ਿੰਮੇਵਾਰੀ ਮਿਲੀ ਹੈ। ਸਾਡੇ ਤੋਂ ਪਹਿਲੇ 6 ਸਾਲ ਮਨਜੀਤ ਸਿੰਘ ਜੀਕੇ ਨੇ ਚੋਰੀਆਂ ਕੀਤੀਆਂ, ਅਸੀਂ ਉਹਦੇ ਭਾਈਵਾਲ ਨਹੀਂ ਆ। ਅਸੀਂ 2 ਸਾਲਾਂ ਦੀ ਜ਼ਿੰਮੇਵਾਰੀ ਆ ਜਿਹਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਵਾਲ ਤਾਂ ਇਹੀ ਹੈ ਨਾ, ਭਾਵੇਂ ਕਿ 2 ਸਾਲ ਤੋਂ ਤੁਹਾਨੂੰ ਮੌਕਾ ਮਿਲਿਆ, ਪਰ ਉਸ ਸਮੇਂ ਵੀ 6 ਸਾਲ ਵੀ ਤਾਂ ਨਾਲ ਹੀ ਸੀ ਨਾ ਸਾਰੇ ਬੰਦੇ, ਕਿਉਂਕਿ ਜੀਕੇ ਸਾਹਿਬ ਦੇ ਨਾਲ ਸਿਰਸਾ ਸਾਹਿਬ ਵੀ ਸੀਗੇ। ਬਿਲਕੁਲ, ਦੇਖੋ ਜਿਹਦੇ ਵਿੱਚ ਬੇਮਿਸਾਲ ਕੰਮ ਹੋਏ ਨੇ ਅਸੀਂ ਉਹਦੀ ਗੱਲ ਕਰ ਰਹੇ ਹਾਂ। ਉਹਦੇ ਇਲਾਵਾ ਜਿਹੜੀ ਲੜਾਈ ਲੜੀ ਹੈ, ਅਗਰ 35 ਸਾਲ ਅਸੀਂ ਲੜਾਈ ਲੜੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸੱਜਣ ਕੁਮਾਰ ਨੂੰ ਅੰਦਰ ਕਰਾਉਣ ਦੀ, ਜੇ ਸਾਡੀ ਕੇਂਦਰ ਦੀ ਮੰਤਰੀ ਬੈਠੀ ਸੀ ਬੇਵਾ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਸਰਕਾਰ ਨੂੰ ਕਹਿ ਕੇ SIT ਲਾਗੂ ਕਰਵਾਈ, ਉਹਦੇ ਕਰਕੇ ਸੱਜਣ ਕੁਮਾਰ ਅੰਦਰ ਗਿਆ। ਜੇ ਆਪਾਂ ਅਫਗਾਨਿਸਤਾਨ ਦੇ ਸਿੱਖਾਂ ਦੀ ਗੱਲ ਕਰੀਏ, ਜਿਹੜੀ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਹੈ, ਤੇ ਬੀਬਾ ਹਰਸਿਮਰਤ ਕੌਰ ਬਾਦਲ ਉਸ ਵਕਤ ਕੇਂਦਰ ਦੀ ਮੰਤਰੀ ਸੀ। ਰਾਜਨਾਥ ਸਿੰਘ ਨੇ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦਾ ਨਾਮ ਇੰਕਲੂਡ, ਉਹਨਾਂ ਦੀ ਜਿਹੜੀ ਕੰਟਰੀ ਹੈ ਅਫਗਾਨਿਸਤਾਨ ਨੂੰ ਇੰਕਲੂਡ ਕੀਤਾ CAA ਦੇ ਵਿੱਚ। ਸੋ ਮੈਂ ਸਮਝਦਾ ਕਿ ਐਸੇ ਸਟੈਪ ਜਿਹੜੀ ਪਾਰਟੀ ਨੇ ਲਏ ਨੇ ਉਹ ਇਹ 6 ਸਾਲਾਂ ਦੇ ਦੌਰਾਨ 'ਚ ਵੀ ਆਏ ਨੇ। ਅਗਰ ਉਹਦਾ ਕ੍ਰੈਡਿਟ ਮਨਜੀਤ ਸਿੰਘ ਜੀਕੇ ਆਪਣੇ ਵੱਲ ਲੈ ਜਾਣ ਦੀ ਕੋਸ਼ਿਸ਼ ਕਰਦਾ ਤੇ ਉਹਦੀ ਗਲਤਫਹਿਮੀ ਹੈ, ਕਿਉਂਕਿ ਉਹ ਤੇ ਉਸ ਤੋਂ ਪਹਿਲੇ ਵੀ 15 ਸਾਲ ਤੋਂ ਮੈਂਬਰ ਸੀ। 1995 ਤੋਂ ਲੈ ਕੇ 2013 ਤੱਕ 18 ਸਾਲ ਉਹ ਮੈਂਬਰ ਰਹੇ ਹੈ, ਕੋਈ ਕੰਮ ਨਹੀਂ ਕਰ ਸਕੇ। ਜਿਹੜਾ ਕੰਮ ਸ਼ੁਰੂ ਹੋਇਆ, ਜੇ ਆਪਣੇ ਇਤਿਹਾਸ ਨੂੰ ਉਜਾਗਰ ਕਰਨ ਦੀ ਗੱਲ ਕੀਤੀ ਹੈ ਤੇ ਅਕਾਲੀ ਦਲ ਦੀ ਟੀਮ ਨੇ ਕੀਤੀ ਹੈ। ਜੇ ਸੱਚ ਦੀ ਕੰਧ ਬਣਾਈ ਹੈ ਇੱਥੇ, ਆਪਣੇ 84 ਦੀ ਯਾਦਗਾਰ ਬਣਾਈ ਹੈ ਤੇ ਅਕਾਲੀ ਦਲ ਦੀ ਟੀਮ ਨੇ ਕੀਤੀ ਹੈ। ਅਸੀਂ ਉਸ ਟੀਮਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ, ਮਗਰ ਡਿਫਰੈਂਸ ਜਿਹੜਾ ਲੈ ਕੇ ਆਇਆ
ਮਾਨਵਤਾ ਦੀ ਸੇਵਾ ਦਾ ਡਿਫਰੈਂਸ ਲੈ ਕੇ ਆਏ ਆ ਇਸ ਪੱਧਰ ਦੇ ਉੱਤੇ। ਜਿਸ ਵਕਤ ਕਰੋਨਾ ਦੀ ਮਹਾਮਾਰੀ ਦੇ ਵਿੱਚ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਸੀ, ਲੋਕ ਆਪਣੇ ਘਰਾਂ ਦੇ ਪਏ ਬਜ਼ੁਰਗਾਂ ਨੂੰ ਹਾਲ ਨਹੀਂ ਪੁੱਛਦੇ ਸੀ ਕਿਉਂਕਿ ਕਰੋਨਾ ਕਰਕੇ ਬਿਮਾਰੀ ਉਹਨਾਂ ਨੂੰ ਲੱਗ ਜਾਏ। ਸਾਡੀ ਟੀਮਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਲੰਗਰ ਵਰਤਾਇਆ। ਜੇ ਮੈਡੀਕਲ ਸੇਵਾ ਦੀ ਗੱਲ ਸ਼ੁਰੂ ਕੀਤੀ ਹੈ ਅਸੀਂ ਕੀਤੀ ਹੈ, ਜੇ ਕਿਸਾਨ ਭਰਾਵਾਂ ਦੀ ਬਾਂਹ ਫੜੀ ਹੈ ਤੇ ਸਾਡੀ ਟੀਮ ਨੇ ਕੀਤੀ ਹੈ। ਸੋ ਇਹ ਕੰਮਾਂ ਦਾ ਬੇਮਿਸਾਲ ਅਸੀਂ ਗੱਲ ਕਰ ਰਹੇ ਹਾਂ। ਅਸੀਂ ਅਕਾਲੀ ਦਲ ਦਾ ਇਤਿਹਾਸ ਨਹੀਂ ਦੱਸ ਰਹੇ, ਅਸੀਂ ਸਰਦਾਰ ਮਨਜੀਤ ਸਿੰਘ ਜੀਕੇ ਵਰਗੇ ਇਹ ਨਹੀਂ ਕਹਿ ਰਹੇ ਮੇਰਾ 70 ਸਾਲ ਦਾ ਇਤਿਹਾਸ ਹੈ, 63 ਸਾਲ ਉਹਨਾਂ ਦੀ ਆਪਣੀ ਉਮਰ ਹੈ ਔਰ 70 ਸਾਲ ਦਾ ਇਤਿਹਾਸ ਦੱਸਦੇ ਨੇ। ਸੋ ਅਸੀਂ ਅਗਰ ਇਤਿਹਾਸ ਦੱਸਾਂਗੇ ਤੇ 100 ਸਾਲ ਤੋਂ ਦੱਸਾਂਗੇ, 1920 ਤੋਂ ਦੱਸਾਂਗੇ ਜਦ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਹੋਈ ਹੈ। ਕਾਲਕਾ ਸਾਹਿਬ, ਜੇਕਰ ਗੱਲ ਕਰੀਏ, ਤੁਸੀਂ ਸਾਕਾ ਨਨਕਾਣਾ ਦੀ ਵੀ ਗੱਲ ਕੀਤੀ, ਉਸ ਸਮੇਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਇਤਿਹਾਸ ਦੱਸਿਆ ਸੰਗਤ ਨੂੰ, ਪਰ ਨਾਲ ਸੰਗਤ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਜਿਹੜੇ ਪਹਿਲੇ ਪੁਰਾਤਨ ਆਗੂ ਸੀਗੇ ਉਹ ਬੜੇ ਚੜ੍ਹਦੀ ਕਲਾ ਵਾਲੇ ਸੀ, ਉਹਨਾਂ ਦੀਆਂ ਕੁਰਬਾਨੀਆਂ ਸਦਕਾ ਨਰੈਣੂ ਮੰਤ ਵਰਗੇ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਗੁਰੂ ਘਰਾਂ ਦੇ ਵਿੱਚੋਂ ਬਾਹਰ ਗਏ। ਪਰ ਅੱਜ ਹਾਲਾਤ ਇਹ ਬਣ ਚੁੱਕੇ ਨੇ, ਜਦੋਂ ਦੀ ਇਲਜ਼ਾਮਬਾਜ਼ੀ ਸ਼ੁਰੂ ਹੋਈ ਹੈ, ਅੱਜ ਲੋਕ ਹੁਣ ਦੇ ਆਗੂਆਂ ਨੂੰ ਹੀ, ਜਿਹੜੇ ਹੁਣ ਕਾਬਜ ਨੇ, ਚਾਹੇ ਹੁਣ ਨੇ ਚਾਹੇ ਜਿਨ੍ਹਾਂ ਤੇ ਵੀ ਇਲਜ਼ਾਮ ਲੱਗੇ ਨੇ, ਉਹਨਾਂ ਨੂੰ ਵੀ ਮੰਨਤਾ ਦਾ ਦਰਜਾ ਦੇ ਰਹੇ ਨੇ। ਦੇਖੋ, ਇਹ ਜੋ ਮਰਜ਼ੀ ਦਿਨ ਇਹ ਆਪੋਜੀਸ਼ਨ ਦੇ ਰਹੀ ਹੈ, ਸੰਗਤ ਨਹੀਂ ਦੇ ਰਹੀ। ਤੁਸੀਂ ਅੱਜ ਸੰਗਤ ਕੋਲ ਜਾ ਕੇ ਪੁੱਛੋ, ਸੰਗਤ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕੀਤਾ ਕਿ ਜਿਹੜੀ ਸਾਡੀ ਟੀਮ ਹੈ ਉਹਨੇ ਹਰ ਜਗ੍ਹਾ ਹਰ ਮੋਰਚੇ ਦੇ ਉੱਤੇ ਸਿੱਖਾਂ ਦੀ ਗੱਲ ਕੀਤੀ ਔਰ ਖਾਸ ਤੌਰ ਤੇ ਦਿੱਲੀ ਦੇ ਸਿੱਖਾਂ ਦੀ। ਔਰ ਮੈਂ ਸਮਝਦਾ ਕਿ ਜਿਹੜੀ ਲੜਾਈ ਸਾਡੀ ਟੀਮ ਨੇ ਪਿਛਲੇ ਸਮੇਂ ਤੋਂ ਲੜਦੀ ਆ ਰਹੀ ਹੈ, ਤੁਸੀਂ ਗੱਲ ਕਰੋ ਕਲਕੱਤੇ ਦੀ, ਸਾਡੀ ਟੀਮ ਉੱਥੇ ਪਹੁੰਚਦੀ ਹੈ। ਤੁਸੀਂ ਗੱਲ ਕਰੋ ਪੀਲੀਭੀਤ ਦੀ, ਸਾਡੀ ਟੀਮ ਉੱਥੇ ਜਾਂਦੀ ਹੈ। ਤੁਸੀਂ ਗੱਲ ਕਰੋ ਅਸਾਮ ਦੀ, ਸਾਡੀ ਟੀਮ ਉੱਥੇ ਪਹੁੰਚ ਰਹੀ ਹੈ। ਮੈਂ ਸਮਝ ਰਿਹਾ ਕਿ ਜਿੱਥੇ ਸਿੱਖਾਂ ਦੇ ਉੱਤੇ ਗੱਲ ਹੁੰਦੀ ਹੈ ਉੱਥੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਪਹੁੰਚਦੀ ਹੈ। ਮੈਂ ਸੰਗਤ ਕਿਉਂਕਿ ਇਸ ਗੱਲ ਦੀ ਸ਼ਲਾਘਾ ਕਰ ਰਹੀ ਹੈ। ਅੱਜ ਘਰ ਘਰ ਦੇ ਵਿੱਚ ਚੋਣ ਨਿਸ਼ਾਨ ਬਾਲਟੀ ਦੀ ਗੱਲ ਇਸ ਕਰਕੇ ਹੋ ਰਹੀ ਹੈ ਕਿ ਇਸ ਟੀਮ ਨੇ ਕੰਮ ਕਰਕੇ ਦਿਖਾਇਆ। ਦੋ ਕੰਮਾਂ ਨੂੰ ਲੈ ਕੇ ਤੇ ਵਾਕਿਆ ਮੈਂ ਵੀ ਕਹਿੰਦਾ ਵੀ ਇਹ ਸਿਫਤ ਹੁੰਦੀ ਹੈ ਦਿੱਲੀ ਕਮੇਟੀ ਦੀ। ਇੱਕ ਤਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਜ਼ਮਾਨਤਾਂ ਕਰਾਈਆਂ, ਭਾਵੇਂ ਕਿ ਉਹਦੇ ਤੇ ਸਵਾਲ ਉੱਠ ਰਹੇ ਨੇ, ਕਿਸਾਨ ਜਥੇਬੰਦੀਆਂ ਸਵਾਲ ਉਠਾ ਰਹੀਆਂ ਨੇ ਕਿ ਦਿੱਲੀ ਕਮੇਟੀ ਨੇ ਜ਼ਮਾਨਤਾਂ ਨਹੀਂ ਕਰਾਈਆਂ। ਦੂਜੇ ਪਾਸੇ ਜਿਹੜਾ ਲੰਗਰ ਦੀ ਗੱਲ ਹੈ, ਲੰਗਰ ਵੀ ਥਾਂ ਥਾਂ ਤੇ ਪਹੁੰਚਾਇਆ, ਪਰ ਤੁਹਾਡੇ ਵਿਰੋਧੀ ਧੜੇ ਦਾ ਇਹ ਕਹਿਣਾ ਹੈ ਕਿ ਲੰਗਰ ਤਾਂ ਗੁਰੂ ਦੀ ਬਖਸ਼ਿਸ਼ ਹੈ, ਉਹ ਤਾਂ ਵਰਤਾਉਣਾ ਹੀ ਵਰਤਾਉਣਾ ਹੈ, ਉਸ ਦੇ ਆਧਾਰ ਤੇ ਵੋਟਾਂ ਮੰਗਣੀਆਂ ਇਹ ਜਾਇਜ਼ ਨਹੀਂ ਹੈ, ਇਹ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਮੁੱਦੇ। ਦੇਖੋ, ਮੈਂ ਸਮਝਦਾ ਕਿ ਜਿਹੜੇ ਵਿਰੋਧੀ ਗੱਲਾਂ ਕਰ ਰਹੇ ਇਹ ਉਹੀ ਵਿਰੋਧੀ ਨੇ ਜਿਸ ਵਕਤ ਅਸੀਂ ਲੰਗਰ ਵਰਤਾਉਂਦੇ ਸੀ ਤੇ ਇਹ ਕਹਿੰਦੇ ਸੀ ਲੰਗਰ ਗੁਰੂ ਘਰ ਦੇ ਬਾਹਰੋਂ ਜਾਣਾ ਹੀ ਨਹੀਂ ਚਾਹੀਦਾ। ਅੱਜ ਕਹਿ ਰਹੇ ਨੇ ਵਰਤਾਣਾ ਤੁਹਾਡੀ ਜ਼ਿੰਮੇਵਾਰੀ ਹੈ, ਮਗਰ ਉਹਦੇ ਉੱਤੇ ਰਾਜਨੀਤੀ ਨਾ ਕਰੋ। ਅਸੀਂ ਰਾਜਨੀਤੀ ਤੇ ਕਰ ਨਹੀਂ ਰਹੇ। ਅਸੀਂ ਲੰਗਰ ਵਰਤਾਉਣ ਵਕਤ ਕਿਸੇ ਨੂੰ ਇਹ ਤੇ ਨਹੀਂ ਕਿਹਾ ਸੀ ਕਿ ਅਸੀਂ ਤੈਨੂੰ ਲੰਗਰ ਅੱਜ ਦੇ ਰਹੇ ਹਾਂ ਤੇ ਤੂੰ ਸਾਨੂੰ ਵੋਟ ਦੇਈਂ। ਅਸੀਂ ਤੇ ਲੰਗਰ ਮਾਨਵਤਾ ਦੀ ਸੇਵਾ ਕਰਕੇ ਵਰਤਾਇਆ ਸੀ। ਮਗਰ ਆਪਣੇ ਕੀਤੇ ਹੋਏ ਕੰਮਾਂ ਨੂੰ ਜੇ ਚੋਣਾਂ 'ਚ ਬੰਦਾ ਨਹੀਂ ਦੱਸੇਗਾ ਤੇ ਫਿਰ ਚੋਣ ਦਾ ਪ੍ਰਚਾਰ ਕੀ ਕਰੇਗਾ? ਉਹ ਕਹਿੰਦੇ ਦੋ ਕੰਮਾਂ ਤੋਂ ਇਲਾਵਾ ਹੋਰ ਕਿਹੜਾ ਕੰਮ ਆ, ਕਿਹੜੀ ਵੱਡੀ ਪ੍ਰਾਪਤੀ ਹੈ ਜਿਹੜੀ ਤੁਸੀਂ ਕੀਤੀ ਹੈ? ਦੁਨੀਆ ਦੀ ਸਭ ਤੋਂ ਸਸਤੀ MRI ਖੋਲਣੀ ਇਹ ਪ੍ਰਾਪਤੀ ਨਹੀਂ ਹੈ। ਦੁਨੀਆ ਦੇ ਵਿੱਚ ਸਭ ਤੋਂ ਫ੍ਰੀ ਡਾਇਲਿਸਿਸ ਹਸਪੀਟਲ ਖੋਲਣਾ ਜਿਹੜਾ 20 ਸਾਲ ਤੋਂ ਬੰਦ ਪਿਆ ਸੀ, ਉਹਦਾ ਪਹਿਲਾ ਫੇਜ਼ ਸ਼ੁਰੂ ਕੀਤਾ। ਅੱਗੋਂ ਅਸੀਂ ਪਾਲਿਸੀ ਲੈ ਕੇ ਆ ਰਹੇ ਹਾਂ, ਅਸੀਂ ਸਕੀਮਾਂ ਲੈ ਕੇ ਆ ਰਹੇ ਹਾਂ ਕਿ ਇਸ ਹਸਪੀਟਲ ਸ਼ੁਰੂ। ਉਸ ਤੇ ਵੀ ਸਵਾਲ ਉੱਠ ਰਹੇ ਨੇ, ਕਹਿ ਰਹੇ ਨੇ ਕਿ 100 ਬੈੱਡ ਦਾ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਗਿਆ ਸੀ, ਪਰ 30 ਮਸ਼ੀਨਾਂ ਚੱਲ ਰਹੀਆਂ ਨੇ ਉੱਥੇ, ਪੂਰੇ ਤਰੀਕੇ ਦੇ ਨਾਲ ਜਿਹੜੀ ਤਿਆਰੀ ਨਹੀਂ ਕੀਤੀ ਗਈ। ਦੇਖੋ, ਮੈਂ ਸਮਝਦਾ ਕਿ ਉਹ ਜੋ ਬੋਲਦੇ ਰਹਿਣ, ਮੈਂ ਉਹਨਾਂ ਦੀ ਗੱਲਾਂ ਤੇ ਜਵਾਬ ਦੇਣਾ ਨਹੀਂ। ਤੁਸੀਂ ਆਪ ਆਪਣਾ ਕੈਮਰਾ ਟੀਮ ਲੈ ਕੇ ਹੁਣੇ ਵੀ ਚਲੇ ਜਾਓ ਬਾਲਾ ਸਾਹਿਬ ਹਸਪੀਟਲ। ਇਸ ਵਕਤ ਵੀ 70 ਤੋਂ 80 ਮਸ਼ੀਨਾਂ ਚੱਲ ਰਹੀਆਂ ਹੋਣਗੀਆਂ। 20 ਮਸ਼ੀਨਾਂ ਇਸ ਕਰਕੇ ਅਸੀਂ ਸਟੈਂਡ ਬਾਈ ਰੱਖੀਆਂ ਹੋਈਆਂ ਕਿਉਂਕਿ ਸਾਡੇ ਕੋਲ ਪ੍ਰੋਪਰ ਟੈਕਨੀਸ਼ੀਅਨਸ ਨਹੀਂ ਨੇ। ਕਿਉਂਕਿ ਟੈਕਨੀਸ਼ੀਅਨਸ ਅਸੀਂ ਅਪਾਇੰਟ ਕਰਨੇ ਨੇ ਤੇ ਸਿੱਖ ਬੱਚੇ ਕਰਨੇ ਨੇ, ਕਿਉਂਕਿ ਸਾਨੂੰ ਡਿਮਾਂਡ ਆਈ ਲੋਕਾਂ ਦੀ ਕਿ ਤੁਸੀਂ ਮਾਨਵਤਾ ਦੀ ਸੇਵਾ ਕਰ ਰਹੇ ਹੋ, ਬੜੀ ਚੰਗੀ ਗੱਲ ਕਰ ਰਹੇ ਹੋ, ਤੁਸੀਂ ਫ੍ਰੀ ਡਾਇਲਿਸਿਸ ਕਰ ਰਹੇ ਹੋ, ਬੜੀ ਚੰਗੀ ਗੱਲਾਂ ਕਰ ਰਹੇ ਹੋ। ਤੁਸੀਂ ਸਿੱਖਾਂ ਨੂੰ ਪ੍ਰਾਇੋਰਟੀ ਨਾ ਦੇ ਕੇ ਇੱਕ ਲਾਈਨ ਬਣਾਈ ਹੋਈ ਹੈ, ਜਿੱਦਾਂ ਆਪਾਂ ਲੰਗਰ ਦੇ ਵਿੱਚ ਪੰਗਤ ਲਾਉਂਦੇ ਆ ਤੇ ਕਿਸੇ ਸੰਗਤ ਦਾ ਹਾਲ ਧਰਮ ਨਹੀਂ ਪੁੱਛਦੇ ਕਿ ਤੂੰ ਕਿਹੜੇ ਧੜੇ ਤੋਂ ਹੈ। ਅਸੀਂ ਤਰੀਕੇ ਨਾਲ ਉੱਥੇ ਮੈਡੀਕਲ ਦੀ ਸੇਵਾ ਕਰ ਰਹੇ ਹਾਂ, ਮਗਰ ਸਾਨੂੰ ਕਿਧਰੇ ਨਾ ਕਿਧਰੇ ਪ੍ਰਾਇੋਰਟੀ ਆਪਣੇ ਸਿੱਖ ਬੱਚਿਆਂ ਨੂੰ ਕੰਮਾਂ 'ਚ ਦੇਣੀ ਚਾਹੀਦੀ ਹੈ। ਇਸ ਕਰਕੇ ਅਸੀਂ ਓਪਨ ਐਡ ਕੱਢੀ ਹੋਈ ਹੈ, ਅਸੀਂ ਉੱਥੇ ਅਨਾਉਂਸਮੈਂਟਾਂ ਕੀਤੀਆਂ ਹੋਈਆਂ, ਟੀਵੀ ਦੇ ਰਾਹੀਂ ਅਨਾਉਂਸਮੈਂਟ ਕੀਤੀ ਹੈ ਕਿ ਜਿਹੜੇ ਟੈਕਨੀਸ਼ੀਅਨਸ ਸਾਡੇ ਸਿੱਖ ਬੱਚੇ ਹਸਪੀਟਲ ਵਿੱਚ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਉਹ ਜਗ੍ਹਾ ਰੱਖੀ ਹੈ ਕਿ ਜਦ ਤੱਕ ਸਾਡੇ ਕੋਲ ਟੈਕਨੀਸ਼ੀਅਨਸ ਪ੍ਰੋਪਰ ਨਾ ਆ ਜਾਣ, ਇਸ ਮਹਾਮਾਰੀ ਦੇ ਸਮੇਂ ਦੇ ਵਿੱਚ ਕੋਈ ਉੱਥੇ ਮਿਸਹੈਪਨਿੰਗ ਨਾ ਹੋ ਜਾਏ। ਇਸ ਕਰਕੇ ਇਹਨੂੰ ਦੇ ਰੱਖਿਆ ਹੋਇਆ। ਔਰ ਇਹ 30 ਸੀਟਾਂ ਉਹ ਉਲਟੀਆਂ ਬੋਲ ਰਹੇ ਨੇ। ਮੈਂ 30 ਬੈੱਡ ਰੁਕੇ ਹੋਏ ਕਹਿ ਸਕਦਾ ਵਾਂ, 70 ਤੋਂ ਉੱਤੇ ਅੱਜ ਹੁਣੇ ਵੀ ਚੱਲ ਰਹੇ ਹੋਣਗੇ। ਚਲੋ, ਤੁਸੀਂ ਆਪਣੇ ਕੰਮ ਗਣਾਏ, ਤੁਹਾਡੀ ਸੀਟ ਸਮੇਤ ਤੁਹਾਨੂੰ ਕੀ ਲੱਗਦਾ ਹੈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਜਿਹੜੀ ਹੈ ਕਿੰਨੀਆਂ ਸੀਟਾਂ ਲੈ ਜਾਏਗੀ 46 ਦੇ ਵਿੱਚੋਂ? ਦੇਖੋ, ਜਿਹੜੇ 2-3 ਸਾਡੇ ਕੈਂਡੀਡੇਟਸ ਜਿਹੜੇ ਮੈਨੂੰ ਲੱਗਦਾ ਹੈ ਕਿ ਆਪਣੀ ਮਿਸਮੈਨੇਜਮੈਂਟ ਕਰਕੇ ਕਿਧਰੇ ਖਤਾ ਨਾ ਖਾ ਜਾਣ, ਉਹਦੇ ਇਲਾਵਾ 40+ ਸੀਟਾਂ ਸਾਡੇ ਕੋਲ ਆਉਣਗੀਆਂ। ਤੁਹਾਡੀ ਆਪਣੀ ਸੀਟ ਤੇ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਹਰਜੀਤ ਸਿੰਘ ਜੀਕੇ ਨੇ, ਜੀਕੇ ਬ੍ਰਦਰ, ਉਹਨਾਂ ਵੱਲੋਂ ਤੁਹਾਨੂੰ ਸਖਤ ਟੱਕਰ ਦਿੱਤੀ ਜਾ ਰਹੀ ਹੈ, ਤੁਹਾਨੂੰ ਕੀ ਲੱਗਦਾ? ਦੇਖੋ, ਇਹਦਾ ਜਵਾਬ ਤੇ 28 ਤਰੀਕ ਨੂੰ ਪਤਾ ਚੱਲ ਜਾਏਗਾ। ਸਖਤ ਟੱਕਰ, ਮੈਂ ਤੇ ਗੁਰੂ ਦੇ ਭੈ 'ਚ ਰਹਿਣ ਵਾਲਾ ਬੰਦਾ, ਮੈਂ ਵੱਡੀ ਗੱਲ ਕਰਦਾ ਨਹੀਂ, ਮਗਰ ਇਹਦਾ ਜਵਾਬ ਸੰਗਤ ਉਹਨਾਂ ਨੂੰ 28 ਤਰੀਕ ਨੂੰ ਦੇ ਦੇਗੀ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ
ਜਿਸ ਦੇ ਉੱਪਰ ਗੋਲੀकांड ਨੂੰ ਲੈ ਕੇ ਜਾਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਸ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ, ਤੁਹਾਨੂੰ ਕੀ ਲੱਗਦਾ ਹੈ ਉਸ ਦਾ ਅਸਰ ਇੱਥੇ ਦਿੱਲੀ ਚੋਣਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ? ਤੁਹਾਨੂੰ ਕੋਈ ਨੁਕਸਾਨ ਉਠਾਉਣਾ ਪਏਗਾ ਉਸ ਦਾ? ਦੇਖੋ ਬਿਲਕੁਲ ਨਹੀਂ, ਕੋਈ ਇਹੋ ਜਿਹੀ, ਕਿਉਂਕਿ ਸਾਰੀ ਗੱਲਾਂ ਦਾ ਸਪਸ਼ਟੀਕਰਨ ਹੋ ਚੁੱਕਾ ਹੈ। ਜਿੱਥੇ ਮਹਾਰਾਜ ਦੇ ਸਰੂਪਾਂ ਦੀ ਜਿਹੜੀ ਚੋਰੀ ਦੀ ਗੱਲ ਹੋਈ ਹੈ 328 ਸਰੂਪਾਂ ਦੀ, ਉਹਦਾ ਸਪਸ਼ਟੀਕਰਨ ਜਥੇਦਾਰ ਅਕਾਲ ਤਖਤ ਸਾਹਿਬ ਨੇ ਦੇਤਾ ਜਿਹੜੀ ਕਮੇਟੀ ਬਣਾ ਕੇ। ਜਿਹੜੀ ਬਰਕਾੜੀ ਦੀ ਗੱਲ ਹੋਈ ਸੀ ਉਹਦਾ ਅੱਜ ਤੁਸੀਂ ਤੁਹਾਡੇ ਸਾਹਮਣੇ ਕੱਲ ਸਵੇਰੇ ਆਨਲਾਈਨ ਵੀ ਤੁਹਾਨੂੰ ਆ ਜਾਏਗੀ, ਉਹਦੇ ਆਰਡਰਸ ਆ ਜਾਣਗੇ। ਹਾਈ ਕੋਰਟ ਨੇ ਜਿਹੜੀ ਕਲੀਅਰੈਂਸ ਦੇ ਦਿੱਤੀ ਹੈ। ਸੋ ਮੈਂ ਸਮਝਦਾ ਇਹ ਸਿਰਫ ਵਿਰੋਧੀਆਂ ਦੀ ਗੱਲਾਂ ਨੇ। ਵਿਰੋਧੀਆਂ ਨੇ ਜਿਹੜਾ ਕਾਂਗਰਸ ਨੇ ਜਿਹੜੀ ਖੇਮ ਖੇਡੀ ਸੀ ਇਲੈਕਸ਼ਨਾਂ ਤੋਂ ਪਹਿਲੇ, ਇਹ ਉਹਨੂੰ ਮੋਟੀਵੇਟਡ ਹੈਗੀਆਂ ਨੇ। ਔਰ ਇਹਦੇ ਇਲਾਵਾ ਦਿੱਲੀ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ। ਅਸੀਂ ਸਾਰੇ ਗੁਰੂ ਨੂੰ ਨਕਮਸਤਕ ਹੋਣ ਵਾਲੇ ਬੰਦੇ ਆ, ਗੁਰੂ ਦੇ ਭੈ 'ਚ ਰਹਿਣ ਵਾਲੇ ਬੰਦੇ ਆ, ਔਰ ਗੁਰੂ ਦੀ ਘਰ ਦੀਆਂ ਸੇਵਾ ਕਰਨ ਵਾਸਤੇ ਇੱਥੇ ਆ ਰਹੇ। ਜੇਕਰ ਕੋਈ ਡਰ ਨਹੀਂ ਹੈ, ਫਿਰ ਮੈਂ ਦੇਖ ਰਿਹਾ ਕਿ ਇੱਥੇ ਜਿਹੜੇ ਤੁਹਾਡੇ ਉਮੀਦਵਾਰ ਜਿਹੜੇ ਤੁਸੀਂ ਖੜੇ ਕੀਤੇ ਨੇ, ਉਹ ਆਪਣੀ ਪੋਸਟਰਾਂ ਦੇ ਉੱਪਰ ਬਾਦਲ ਸਾਹਿਬ ਦੀਆਂ ਫੋਟੋਆਂ ਨਹੀਂ ਲਗਾ ਰਹੇ, ਜਦੋਂ ਕਿ ਪਹਿਲਾਂ ਲੱਗਦੀਆਂ ਹੁੰਦੀਆਂ ਸੀ। ਉਸ ਦਾ ਕੀ ਕਾਰਨ ਆ? ਕਿਤੇ ਨਾ ਕਿਤੇ ਡਰ ਨਹੀਂ ਹੈ ਇਹ ਬਈ ਕਿਤੇ ਹਾਰ ਨਾ ਹੋ ਜਾਏ ਸੁਖਬੀਰ ਸਿੰਘ ਬਾਦਲ ਕਰਕੇ ਜਾਂ ਵੱਡੇ ਬਾਦਲ ਸਾਹਿਬ ਕਰਕੇ? ਦੇਖੋ ਮੈਂ ਸਮਝਦਾ ਕਿ ਅਗਰ ਕਿਸੇ ਮੈਂਬਰ ਨੇ ਇਹੋ ਜਿਹੀ ਗੱਲ ਕੀਤੀ ਹੈ ਤਾਂ ਉਹਦੀ ਬੜੀ ਵੱਡੀ ਗਲਤੀ ਹੈ। ਮੈਂ ਤੁਹਾਨੂੰ ਇਸ ਵਾਰੀ ਦੀ ਵੀ ਆਪਣੀ ਗੱਲ ਦੱਸ ਸਕਦਾ, ਔਰ ਸਾਰਿਆਂ ਨੂੰ ਇਨਸਟਰਕਸ਼ਨਸ ਨੇ। ਇਹ ਕਿਧਰੇ ਨਾ ਕਿਧਰੇ ਹਵਾਵਾਂ ਫੈਲਾਈਆਂ ਜਾਂਦੀਆਂ ਕਿ ਹਾਂ, ਕਿਉਂਕਿ ਜ਼ਿਆਦਾਤਰ ਜਿਹੜੀ ਅੱਜ ਕੱਲ੍ਹ ਦੇਖਣ ਨਹੀਂ ਚਾਹੁੰਦੀ ਹੈ, ਸੋਸ਼ਲ ਮੀਡੀਆ ਦੀ ਪੋਸਟ ਆਉਂਦੀਆਂ ਨੇ ਜਿਹਦੇ ਵਿੱਚ ਜਗ੍ਹਾ ਘੱਟ ਹੁੰਦੀ ਹੈ। ਇਸ ਕਰਕੇ ਕੈਂਡੀਡੇਟ ਔਰ ਚੋਣ ਨਿਸ਼ਾਨ ਨੂੰ ਜ਼ਿਆਦਾ ਦੇਖਿਆ ਜਾਂਦਾ ਹੈ। ਸਾਡੇ ਹਰ ਕੈਂਡੀਡੇਟ ਨੂੰ ਹਿਦਾਇਤ ਹੈ ਕਿ ਆਪਣੀ ਪਾਰਟੀ ਪ੍ਰਧਾਨ ਦੀ ਫੋਟੋ, ਤੁਸੀਂ ਮੇਰੇ ਇਲਾਕੇ 'ਚ ਜਾ ਕੇ ਮੇਰਾ ਕੋਈ ਪੋਸਟਰ ਦੇਖ ਲਓ, ਮੇਰਾ ਕੋਈ ਬੋਰਡ ਦੇਖ ਲਓ। ਔਰ ਇਸ ਵਾਰੀ ਨਹੀਂ, ਤੁਹਾਡੇ ਇਲਾਕੇ 'ਚ ਹੋਣਗੀਆਂ, ਪਰ ਬਹੁਤ ਸਾਰੇ ਇਲਾਕੇ ਜਿੱਥੇ ਇੱਕ ਤੋਂ ਵੱਧ ਕਈ ਉਮੀਦਵਾਰ ਦੇਖੇ ਜਾ ਸਕਦੇ ਨੇ ਜਿਨ੍ਹਾਂ ਨੇ ਫੋਟੋਆਂ ਨਹੀਂ ਲਾਈਆਂ। ਸ਼ਾਇਦ ਡਰ ਉਹਨਾਂ ਨੂੰ ਇਹੀ ਹੈ। ਨਹੀਂ, ਕੋਈ ਐਸਾ ਡਰ ਕਿਸੇ ਨੂੰ ਨਹੀਂ ਹੈ। ਕਿਸੇ ਨੇ ਕਿਸੇ ਕੋਲੋਂ ਗਲਤੀ ਨਾਲ ਹੋ ਗਈ ਹੋਣ ਤੇ ਵੱਖਰੀ ਗੱਲ ਹੈ, ਮਗਰ ਕਿਸੇ ਨੂੰ ਕੋਈ ਇਹੋ ਜਿਹੀ ਨਾ ਕੋਈ ਇਨਸਟਰਕਸ਼ਨਸ ਨੇ ਔਰ ਨਾ ਕੋਈ ਉਹਨਾਂ ਨੇ ਆਪਣੇ ਦਿਲਾਂ ਦੇ ਵਿੱਚ ਹੈਗੀ ਹੈ। ਬਿਲਕੁਲ ਪਾਰਟੀ ਪ੍ਰਧਾਨ ਦੇ ਨਾਮ ਬਿਨਾਂ ਅਗਰ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਔਰ ਕਵੇ, ਤੇ ਮੈਂ ਸਮਝਦਾ ਉਹਦੀ ਪਾਰਟੀ ਨੂੰ, ਉਹਨੂੰ ਪਾਰਟੀ ਦੇ ਵਿੱਚ ਰਹਿਣ ਦਾ ਹੱਕ ਵੀ ਨਹੀਂ ਹੈ। ਸਕੂਲਾਂ ਦੀ ਗੱਲ ਕਰੀਏ, ਸਕੂਲਾਂ ਦੀ, ਹੋਰ ਅਦਾਰਿਆਂ ਦੀ, ਦਿੱਲੀ ਕਮੇਟੀ ਦੇ ਅੰਡਰ ਜਿੰਨੇ ਵੀ ਅਦਾਰੇ ਨੇ, ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬੁਰੇ ਹਾਲਾਤ ਨੇ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਸਿਰਸਾ ਦੀ ਅਗਵਾਈ ਦੇ ਵਿੱਚ ਜਦੋਂ ਦੇ ਇਹ ਅਦਾਰੇ ਆਏ ਨੇ, ਉਦੋਂ ਦਾ ਸਗੋਂ ਉਸ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ ਗਿਆ। ਤਨਖਾਹਾਂ ਨਹੀਂ ਮਿਲੀਆਂ ਟੀਚਰਾਂ ਨੂੰ, ਉਹਨਾਂ ਦੇ ਫੰਡ ਰੋਕ ਦਿੱਤੇ ਗਏ। ਤੁਹਾਨੂੰ ਸੰਗਤ ਕਿਉਂ ਮੌਕਾ ਦੇਵੇ ਜਦੋਂ ਕਿਹੋ ਜਿਹੇ ਇਲਜ਼ਾਮ ਲੱਗ ਰਹੇ ਨੇ? ਫਿਰ ਦੇਖੋ ਇਹ ਗੱਲਾਂ ਫਿਰ ਤੁਸੀਂ ਵਿਰੋਧੀਆਂ ਦੀ ਕਰ ਰਹੇ ਹੋ। ਟੀਚਰਾਂ ਨੂੰ ਜਾ ਕੇ ਇੱਕ ਵਾਰ ਪੁੱਛ ਲਓ। ਜਿਹੜੀਆਂ ਟੀਚਰਾਂ ਇੱਥੇ ਲੱਖੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਅੱਜ ਤੋਂ 1 ਮਹੀਨਾ ਪਹਿਲੇ ਆ ਕੇ ਸਾਡੀਆਂ ਗੱਲਾਂ ਕਰਕੇ, ਸਾਡੇ ਨਾਲ ਆਪਣੇ ਗੱਲਾਂ ਦਾ ਹੱਲ ਕੱਢ ਕੇ ਜੈਕਾਰੇ ਲਾਉਂਦੀਆਂ ਗਈਆਂ, ਉਹਨਾਂ ਟੀਚਰਾਂ ਨਾਲ ਜਾ ਕੇ ਗੱਲ ਕਰੋ। ਉਹਨਾਂ ਨੂੰ ਉਹਨਾਂ ਦੀ ਮਿਲਦਾ ਹੱਕ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਜਿਹੜੀ ਟੀਚਰ ਦੀ ਤਨਖਾਹ ਅੱਜ ਤੋਂ 6 ਸਾਲ ਪਹਿਲੇ, 8 ਸਾਲ ਪਹਿਲੇ 35,000 ਸੀ, ਅੱਜ 80,000 ਰੁਪਈਆ ਤਨਖਾਹ ਲੈ ਰਹੀਆਂ ਨੇ। ਅੱਜ ਉਹਨਾਂ ਨੂੰ ਮਿਲਦਾ ਉਹਨਾਂ ਦਾ ਹੱਕ ਮਿਲ ਰਿਹਾ। 6ਵੀਂ 6 ਪੇ ਕਮਿਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਤਨਖਾਹ ਮਿਲ ਰਹੀ ਹੈ। ਤਕਰੀਬਨ 70% ਉਹਨਾਂ ਦਾ ਪੁਰਾਣਾ ਏਰੀਅਰ ਜਿਹੜਾ ਸਰਨਾ ਸਾਹਿਬ ਦੇ ਟਾਈਮ ਦੇ ਉੱਤੇ ਰੁਕਿਆ ਹੋਇਆ ਸੀ, ਜਿਹੜਾ 7 ਸਾਲ ਉਹਨਾਂ ਨੇ ਦਿੱਤਾ ਨਹੀਂ, ਜਿਹਦੇ ਬਾਰੇ ਬਹੁਤ ਵੱਡੀਆਂ ਗੱਲਾਂ ਕਰਦੇ ਨੇ, ਉਹ ਏਰੀਅਰ ਅਸੀਂ ਦਿੱਲੀ ਕਮੇਟੀ ਨੇ ਆ ਕੇ ਸਾਡੀ ਕਮੇਟੀ ਨੇ ਆ ਕੇ ਦਿੱਤਾ। ਤਾਂ ਮੈਂ ਸਮਝਦਾ ਕਿ ਮੋਸਟ ਆਫ ਦੀ ਜਿਹੜਾ ਉਹਨਾਂ ਦੇ ਫੰਡ ਸੀ, ਜੋ ਉਹਨਾਂ ਦਾ ਬੰਦਾ ਹੱਕ ਸੀ, ਉਹਨਾਂ ਕੋਲ ਪਹੁੰਚ ਚੁੱਕਾ ਹੈ। ਬਾਕੀ ਜਿਹੜੀ ਟੀਚਰਸ ਨੇ ਉਹਨਾਂ ਨੂੰ ਪਤਾ ਹੈ ਕਿ ਪੈਸੇ ਦਾ ਕੰਮ ਪੈਸੇ ਨੇ ਕਰਨਾ, ਔਰ ਇਹ ਕਮੇਟੀ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਹੱਕਾਂ ਦਾ ਧਿਆਨ ਰੱਖ ਰਹੀ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਕੋਲ ਜਾ ਕੇ ਪੁੱਛ ਲਓ, ਇੱਕ ਵੀ ਸਟਾਫ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਕਰੋਨਾ ਮਹਾਮਾਰੀ ਦੇ ਵਿੱਚ ਉਹਨੂੰ ਕੱਢਣ ਦੀ ਗੱਲ ਕੀਤੀ ਹੈ, ਬਲਕਿ ਅਸੀਂ ਸਟਾਫ ਉਸ ਤੋਂ ਬਾਅਦ ਸਾਲ ਦੇ ਵਿੱਚ ਰੱਖਿਆ ਇਸ ਕਰਕੇ ਵੇ ਕਿ ਜਿਹੜੇ ਇਲਾਕਿਆਂ ਦੇ ਵਿੱਚ ਲੋਕ ਆਪਣੇ ਕੰਮਾਂ ਤੋਂ ਛੁੱਟ ਗਏ ਸੀ, ਜਿਨ੍ਹਾਂ ਦੇ ਜਿਹੜੇ ਦੂਜੀਆਂ ਕੰਪਨੀਆਂ 'ਚ ਕੰਮ ਕਰਦੇ ਸੀ, ਜਿਨ੍ਹਾਂ ਨੂੰ ਉੱਥੋਂ ਕੱਢਤਾ ਗਿਆ, ਲੋਕਾਂ ਨੇ, ਵੱਡੀਆਂ ਕੰਪਨੀਆਂ ਨੇ ਤਕਰੀਬਨ 60% ਸਟਾਫ ਆਪਣਾ ਕੱਟ ਡਾਊਨ ਕੀਤਾ, ਮਗਰ ਦਿੱਲੀ ਕਮੇਟੀ ਦੇ ਇੱਕ ਵੀ ਸਟਾਫ ਨੂੰ ਕੱਢਿਆ ਨਹੀਂ ਗਿਆ। 1 ਮਹੀਨਾ ਵੀ ਉਹਨਾਂ ਦੀ ਤਨਖਾਹ ਲੇਟ ਨਹੀਂ ਹੋਈ। ਇਹ ਸਟਾਫ ਦੇ ਹੱਕਾਂ ਦੇ ਉੱਤੇ ਪਹਿਰਾ ਦਿੱਤੀ ਹੈ ਔਰ ਇਹ ਪ੍ਰੋ ਇੰਪਲੋਈਜ਼ ਵਾਲੀ ਕਹਿਲਾਣ ਵਾਲੀ ਕਮੇਟੀ ਹੈ। ਸੋ ਸਰਨਾ ਸਾਹਿਬ ਔਰ ਜੀਕੇ ਸਾਹਿਬ ਕੋ ਇਸ਼ੂ ਕੀ ਹੈ? ਮੈਨੂੰ ਇਹ ਦੱਸਣ ਕਿ ਪਿਛਲੇ 6 ਸਾਲਾਂ ਦੇ ਵਿੱਚ ਸਰਦਾਰ ਮਨਜੀਤ ਸਿੰਘ ਜੀ ਕੇ ਆਪਣੀ ਡਿਵੈਲਪਮੈਂਟ ਦੱਸ ਦੇਣ ਸਕੂਲਾਂ ਦੇ ਬਾਰੇ ਜਾਂ ਕਿਸੇ ਹੋਰ ਬਾਰੇ ਕਿ ਉਹਨਾਂ ਨੇ ਕੀ ਕੰਮ ਕੀਤਾ। ਜੇ ਉਹਨਾਂ ਦੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ, ਜਦ ਪਾਰਟੀ ਨਾਲ ਕੰਮ ਕਰਦੀ ਉਹਨੂੰ ਇਕੱਲੇ ਨਹੀਂ ਲੈ ਸਕਦੇ। ਜੇ ਸੱਜਣ ਕੁਮਾਰ ਦੀ ਰਿਹਾਈ ਦੀ ਗੱਲ ਦਾ ਸਿਹਰਾ ਆਪਣੇ ਸਿਰ ਪਾਉਣਗੇ ਤੇ ਪਹਿਲੇ 18 ਸਾਲ ਨਹੀਂ ਲੈ ਸਕੇ, ਉਹ ਅਕਾਲੀ ਦਲ ਦੀ ਟੀਮ ਸੀ, ਬੀਬਾ ਹਰਸਿਮਰਤ ਕੌਰ ਦੇ ਐਫਰਟ ਸੀ। ਸੋ ਇਸ ਕਰਕੇ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ 12 ਸਾਲਾਂ ਦੇ ਵਿੱਚ ਦੱਸਣ ਕਿ ਕੀ ਉਹਨਾਂ ਨੇ ਕੰਮ ਕੀਤਾ। ਇਸ ਕਰਕੇ ਪਾਰਟੀ ਨੂੰ, ਕਮੇਟੀਆਂ ਨੂੰ ਬਦਨਾਮ ਕਰਨ ਵਾਸਤੇ ਬੜਾ ਸੌਖਾ ਹੈ। ਮੈਂ ਵਿਰੋਧੀਆਂ ਦਾ ਤਾਂ ਇਹ ਵੀ ਕਹਿਣਾ, ਜਿਹੜੇ ਹੁਣ ਮੌਜੂਦਾ ਆਗੂ ਜਿਹੜੇ ਨੇ, ਜਿਹੜੇ ਕਾਬਜ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਉਹਨਾਂ ਦਾ ਜਿਹੜਾ ਹੰਕਾਰ ਹੈ 7ਵੇਂ ਅਸਮਾਨ ਤੇ ਪਹੁੰਚਿਆ ਹੋਇਆ ਹੈ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਹੁਣ ਇਸ ਮੌਕੇ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮਤਲਬ ਹੈ ਮਨਜਿੰਦਰ ਸਿੰਘ ਸਿਰਸਾ, ਵੀ ਉਹ ਕਿਸੇ ਦੀ ਸਲਾਹ ਨਹੀਂ ਲੈਂਦੇ। ਉਹਨਾਂ ਨੇ, ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਨੇ ਆਪਣੀ ਮਰਜ਼ੀ ਨਾਲ ਦਿੱਤੀਆਂ ਨੇ, ਕਿਸੇ ਦੀ ਸਲਾਹ ਨਹੀਂ ਲਈ।
ਤੁਹਾਡੀ ਸਲਾਹ ਲਈ ਗਈ ਉਸ ਵਕਤ ਕਿ ਨਹੀਂ? ਦੇਖੋ ਇਹ ਗੱਲਾਂ ਤੇ ਉਹਨਾਂ ਨੇ ਕਰਨੀਆਂ ਕਿਉਂਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ, ਉਹਨਾਂ ਨੂੰ ਕੋਲੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸਾਡੇ ਵਿਰੋਧੀਆਂ ਕੋਲੋਂ ਕਿ ਸਾਡੀ ਟੀਮ ਜਿਹੜੀ ਹੈ ਉਹ ਇੱਕ ਇੰਨੀ ਕੋਆਰਡੀਨੇਸ਼ਨ ਦੇ ਨਾਲ ਕੰਮ ਕਿਉਂ ਕਰ ਰਹੀ। ਕਿਉਂਕਿ ਪਹਿਲੇ ਜਿਸ ਵਕਤ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨ ਸੀ, ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਟੀਮ ਦੇ ਹਿੱਸੇਦਾਰ ਸੀ, ਮੈਂ ਵੀ ਟੀਮ ਦੇ ਹਿੱਸੇਦਾਰ ਸੀ, ਉਸ ਵਕਤ ਹਰ ਵਕਤ ਖਿੱਚਾਤਾਨੀ ਰਹਿੰਦੀ ਸੀ ਕਿਉਂਕਿ ਸਰਦਾਰ ਮਨਜੀਤ ਸਿੰਘ ਜੀਕੇ ਨੇ ਆਪਣੀ ਗੱਲਾਂ ਕਰਦੇ, ਉਹਨਾਂ ਦੇ ਮਨਸੂਬੇ ਕੀ ਸੀ ਉਹ ਤੁਹਾਡੇ ਸਾਹਮਣੇ ਆ ਗਏ। ਇੱਕ ਜਨਰਲ ਮੈਨੇਜਰ ਨੂੰ ਹਟਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਪੂਰੀ ਪਾਰਟੀ ਖੇਰੂ ਕਰਤੀ ਕਿਉਂਕਿ ਉਹਨਾਂ ਦਾ ਉਹਦੇ ਨਾਲ ਸਾਂਠ-ਗਾਂਠ ਸੀ ਜੋ ਕਰਪਸ਼ਨ ਤੁਹਾਡੇ ਸਾਹਮਣੇ ਆਈ ਹੈ। ਮਗਰ ਇਸ ਵਾਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਔਰ ਮੈਂ ਔਰ ਸਰਦਾਰ ਅਵਤਾਰ ਸਿੰਘ ਹਿੱਤ ਤਿੰਨਾਂ ਦੀ ਕਮੇਟੀ ਨਾਲ ਬਣਾਈ ਗਈ। ਸਰਦਾਰ ਕੁਲਦੀਪ ਸਿੰਘ ਭੋਗਲ ਉਹਦੇ 'ਚ ਨਾਲ ਬੈਠੇ ਔਰ ਸਾਡੇ ਸਰਪ੍ਰਸਤ ਦਾ ਭੁੰਦੜ ਸਾਹਿਬ ਇੱਕ ਸੀਟ ਦੇ ਉੱਤੇ ਡਿਸਕਸ ਕਰਕੇ ਇਹਨੂੰ ਫਾਈਨਲਾਈਜ਼ ਕੀਤਾ ਗਿਆ। ਕੋਈ ਐਸੀ ਸੀਟ ਨਹੀਂ ਹੈ ਕਿ ਜਿਹਦੇ ਉੱਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਾਂ ਮੇਰਾ ਟਕਰਾਰ ਰਿਹਾ ਹੋਏ। ਜਿਹੜੀ ਗੱਲ ਜੇ ਉੱਤੇ ਉਹਨਾਂ ਨੂੰ ਸਮਝ ਨਹੀਂ ਆਈ ਤੇ ਉਹਨਾਂ ਨੇ ਮੈਨੂੰ ਸਮਝਾਤਾ ਕਿ ਬਈ ਇਹ ਗੱਲ ਇਸ ਤਰ੍ਹਾਂ ਹੋਣੀ ਉਹ ਕਹਿੰਦੇ ਅਵਤਾਰ ਸਿੰਘ ਹਿੱਤ ਦਾ ਨਾਮ ਤੁਸੀਂ ਲਿਆ, ਕਹਿੰਦੇ ਸੀਨੀਅਰ ਆਗੂ ਸੀਗੇ ਪਰ ਉਹਨਾਂ ਦੀ ਸਲਾਹ ਨਹੀਂ ਲਈ ਜਾਂਦੀ, ਉਹਨਾਂ ਨੂੰ ਇੱਕ ਖੁੰਝੇ ਲਾਇਆ ਹੋਇਆ। ਇਹ ਗੱਲ ਸਰਦਾਰ ਅਵਤਾਰ ਸਿੰਘ ਹਿੱਤ ਦੱਸ ਸਕਦੇ ਨੇ ਕਿ ਜਿਸ ਵਕਤ ਸੀਟਾਂ ਦੀ ਫਾਈਨਲਾਈਜੇਸ਼ਨ ਹੋਈ ਹੈ ਭੁੰਦੜ ਸਾਹਿਬ ਦੇ ਘਰ ਬੈਠ ਕੇ ਔਰ ਇੱਥੇ ਆ ਕੇ ਉਹਨਾਂ ਨੇ ਅਨਾਉਂਸ ਕੀਤਾ ਤੇ ਅਵਤਾਰ ਸਿੰਘ ਹਿੱਤ ਨਹੀਂ ਕੀਤਾ। ਜਦ ਦੂਜੀ ਲਿਸਟ ਅਨਾਉਂਸ ਕੀਤੀ ਸਰਦਾਰ ਅਵਤਾਰ ਸਿੰਘ ਹਿੱਤ ਨੇ ਕੀਤੀ ਹੈ ਔਰ ਅਗਰ ਇਹੋ ਜਿਹੀ ਕੋਈ ਗੱਲ ਹੁੰਦੀ, ਕੋਈ ਟਕਰਾਰ ਦੀ ਗੱਲ ਹੁੰਦੀ ਤੇ ਉਹ ਜ਼ਰੂਰ ਕਿਧਰੇ ਨਾ ਕਿਧਰੇ ਇੱਕ ਦੋ ਦਿਨ ਅੱਗੇ ਪਿੱਛੇ ਡਿਲੇ ਹੋ ਸਕਦੀ ਸੀ। ਜਿਸ ਦਿਨ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਕੇ ਹਿੱਸਾ ਇਸ ਲਿਸਟ ਦੇ ਉੱਤੇ ਆਪਾਂ ਡਿਸਕਸ ਕਰਨਾ ਤੇ 10 ਮਿੰਟਾਂ ਦੇ ਵਿੱਚ ਲਿਸਟਾਂ ਫਾਈਨਲ ਹੋਈਆਂ ਕਿਉਂਕਿ ਅਸੀਂ ਕੋਈ ਪੱਖਪਾਤ ਨਹੀਂ ਕੀਤਾ, ਅਸੀਂ ਧੜੇਬਾਜ਼ੀ ਦੀ ਗੱਲ ਨਹੀਂ ਕੀਤੀ। ਮੈਂ ਪਾਰਟੀ ਦਾ ਪ੍ਰਧਾਨ ਆ, ਮੈਨੂੰ ਪਾਰਟੀ ਦੀ ਵਿਨੇਬਿਲਿਟੀ ਚਾਹੀਦੀ ਹੈ। ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਕਮੇਟੀ ਦੀ ਜ਼ਿੰਮੇਵਾਰੀ ਹੈ, ਉਹਨਾਂ ਨੇ ਕਮੇਟੀ ਚਲਾਣੀ ਹੈ, ਇਸ ਕਰਕੇ ਉਹਨਾਂ ਨੂੰ ਵਿਨੇਬਿਲਿਟੀ ਚਾਹੀਦੀ ਹੈ। ਸਰਦਾਰ ਅਵਤਾਰ ਸਿੰਘ ਹਿੱਤ ਸਾਡੇ ਪਾਰਟੀ ਦੇ ਸਰਪ੍ਰਸਤ ਨੇ, ਉਹਨਾਂ ਨੂੰ ਵਿਨੇਬਿਲਿਟੀ ਚਾਹੀਦੀ ਹੈ। ਸਭ ਦਾ ਮੋਟਿਵ ਇੱਕ ਸੀ, ਕਿਸੇ ਦਾ ਪਰਸਨਲ ਏਜੰਡਾ ਨਹੀਂ ਸੀ ਆਪਣੇ ਬੰਦਿਆਂ ਨੂੰ ਖੁਸ਼ ਕਰਨ ਦਾ। ਜਿੱਥੇ ਮੈਨੂੰ ਲੱਗਿਆ ਕਿ ਮੇਰੇ ਨਾਲ ਕੋਈ ਬੰਦਾ ਕੋਈ ਕਲੋਜ਼ ਹੈ ਔਰ ਉਹਦੇ ਉੱਤੇ ਸਰਦਾਰ ਸਿਰਸਾ ਸਾਹਿਬ ਨੂੰ ਇਤਰਾਜ਼ ਹੈ ਤੇ ਅਸੀਂ ਹਟਾ ਕੇ ਉਹਨੂੰ ਦੂਜਾ ਬੰਦਾ ਲਿਆਇਆ ਕਿ ਬਈ ਠੀਕ ਹੈ ਇਹਦੀ ਵਿਨੇਬਿਲਿਟੀ ਹੋਣੀ ਚਾਹੀਦੀ ਹੈ। ਜਿੱਥੇ ਸਿਰਸਾ ਸਾਹਿਬ ਨੂੰ ਇਤਰਾਜ਼ ਸੀ, ਮੇਰੀ ਗੱਲ ਠੀਕ ਲੱਗੀ ਉਹਨਾਂ ਨੂੰ, ਉਹ ਮੰਨਿਆ। ਇਹ ਗੱਲਾਂ ਸਿਰਫ ਡਿਸਕਸ਼ਨਾਂ 15 ਤੋਂ 20 ਮਿੰਟ ਦੀਆਂ ਹੋਈਆਂ ਨੇ ਔਰ ਸਾਰੀਆਂ ਸੀਟਾਂ ਦੇ ਉੱਤੇ ਫਾਈਨਲਾਈਜੇਸ਼ਨ ਹੋਈ। ਇਹ ਤੇ ਵਿਰੋਧੀਆਂ ਨੂੰ ਉਹਨਾਂ ਕੋਲ ਡਾਈਜੈਸਟ ਨਹੀਂ ਹੋ ਰਿਹਾ। ਉਹ ਤੇ ਇਸ ਮੌਕੇ ਦੀ ਭਾਲ ਦੇ ਵਿੱਚ ਸੀ ਕਿ ਜਿਸ ਵਕਤ ਚੋਣਾਂ ਆਉਣਗੀਆਂ, ਸੀਟਾਂ ਨੂੰ ਲੈ ਕੇ ਕਾਲਕੇ ਤੇ ਸਿਰਸੇ ਦਾ ਆਪਸ ਵਿੱਚ ਟਕਰਾਰ ਹੋਏਗਾ ਤੇ ਅਸੀਂ ਉਹ 'ਚੋਂ ਕੋਈ ਲਾਹਾ ਕੱਢਾਂਗੇ। ਮਗਰ ਮੈਂ ਸਮਝਦਾ ਕਿ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਅੰਡਰ ਕੰਮ ਕਰ ਰਹੇ ਹਾਂ। ਉਹਨਾਂ ਦੀ ਸਰਪ੍ਰਸਤੀ ਹੇਠ ਅਸੀਂ ਦਿੱਲੀ ਦੇ ਵਿੱਚ ਇਲੈਕਸ਼ਨ ਲੜ ਰਹੇ ਹਾਂ ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਨੂੰ ਟੀਚਿੰਗਸ ਦਿੱਤੀਆਂ ਨੇ ਕਿ ਸਾਡੀ ਪਾਰਟੀ ਨੂੰ ਇੰਪੋਰਟੈਂਸ ਦੇਣੀ ਚਾਹੀਦੀ ਹੈ, ਅਸੀਂ ਉਹਦੇ ਉੱਤੇ ਕੰਮ ਕਰ ਰਹੇ ਹਾਂ। ਭਾਈ ਰਣਜੀਤ ਸਿੰਘ ਹੋਰਾਂ ਨੇ ਗੱਠਜੋੜ ਕੀਤਾ ਹੈ ਸਰਨੇ ਭਰਾਵਾਂ ਦੇ ਨਾਲ, ਤੁਹਾਨੂੰ ਕੀ ਲੱਗਦਾ ਉਸ ਦਾ ਕੋਈ ਅਸਰ ਹੋਏਗਾ ਇਲੈਕਸ਼ਨ ਦੇ ਉੱਪਰ? ਤੁਸੀਂ ਛੱਡੋ, ਹੁਣ ਰਣਜੀਤ ਸਿੰਘ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ ਤੇ ਇੱਥੇ ਸਮਾਂ ਖਰਾਬ ਹੋ ਜਾਏਗਾ। ਭਾਈ ਰਣਜੀਤ ਸਿੰਘ ਦਾ ਕੀ ਸਟੈਂਡ ਹੈ? 4 ਸਾਲਾਂ ਦੇ ਵਿੱਚ 15 ਦਿਨ ਵਸੇ ਦਿੱਲੀ 'ਚ ਆਉਂਦੇ ਨੇ, ਲੋਕਾਂ ਨੂੰ ਆ ਕੇ ਗਾਲਾਂ ਕੱਢਣੀਆਂ, ਬਾਦਲਾਂ ਨੂੰ ਉਹਨਾਂ ਨੇ ਗਾਲਾਂ ਕੱਢਣੀਆਂ, ਉਹਦੇ ਇਲਾਵਾ ਕੋਈ ਕੰਮ ਨਹੀਂ। ਇਹੀ ਭਾਈ ਰਣਜੀਤ ਸਿੰਘ ਜੀ ਜਿਹੜਾ ਦੋਨੋਂ ਭਰਾਵਾਂ ਨੂੰ ਚੰਟੂ ਬੰਟੂ ਕਰਕੇ ਬੁਲਾਉਂਦਾ ਸੀ, ਕਦੀ ਬੰਟੀ ਬਬਲੀ ਕਰਕੇ ਬੁਲਾਉਂਦਾ ਸੀ, ਅੱਜ ਉਹਨਾਂ ਨਾਲ ਗੱਲ ਵੱਖੜੀ ਪਾਈ ਬੈਠੇ ਆ। ਮੈਨੂੰ ਤਾਂ ਇਹਨਾਂ ਦਾ ਅਲਾਇੰਸ ਹੀ ਨਹੀਂ ਸਮਝ ਆ ਰਿਹਾ ਕਿਉਂਕਿ ਇਹਨਾਂ ਦਾ ਅਲਾਇੰਸ ਦਾ ਮੋਟਿਵ ਤੁਸੀਂ ਸਮਝੋ। ਸਰਦਾਰ ਮਨਜੀਤ ਸਿੰਘ ਜੀਕੇ ਅਨਸੈਡ ਅਲਾਇੰਸ ਹੈ ਬੀਜੇਪੀ ਦੇ ਨਾਲ, ਬੀਜੇਪੀ ਵੀ ਨਾਲ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਨਾਲ। ਸਰਦਾਰ ਪਰਮਜੀਤ ਸਿੰਘ ਦਾ ਅਲਾਇੰਸ ਬਿਲਕੁਲ ਉਸ ਤਰ੍ਹਾਂ ਹੀ ਬੀਜੇਪੀ ਨਾਲ ਹੈ, ਤੁਸੀਂ ਤੁਹਾਡੇ ਸਾਹਮਣੇ ਵੇ। ਬੀਜੇਪੀ ਦਾ ਵਰਕਿੰਗ ਕਮੇਟੀ ਦਾ ਮੈਂਬਰ ਹੈ ਸਰਦਾਰ ਕੁਲਵੰਤ ਸਿੰਘ ਬਾਠ, ਉਹਨੂੰ ਟਿਕਟ ਕੌਣ ਦੇ ਰਿਹਾ? ਪਰਮਜੀਤ ਸਿੰਘ ਸਰਨਾ। ਬੀਜੇਪੀ ਦਾ ਚੇਅਰਮੈਨ ਹੈ ਪਰਮਜੀਤ ਸਿੰਘ ਰਾਣਾ, ਉਹਨੂੰ ਟਿਕਟ ਕੌਣ ਦੇ ਰਿਹਾ? ਮਨਜੀਤ ਸਿੰਘ ਜੀਕੇ। ਔਰ ਦੋਨੋਂ ਆਪਸ ਵਿੱਚ ਜਿੱਥੇ ਮੈਂ ਖੜਾ ਵਾਂ ਉੱਥੇ ਆਪਣੇ ਭਰਾ ਦੇ ਅਗੇਂਸਟ ਸਰਨਾ ਸਾਹਿਬ ਨਹੀਂ ਉਹਦੇ ਕੈਂਡੀਡੇਟ ਭੇਜ ਰਹੇ, ਮਨਜੀਤ ਸਿੰਘ ਜੀਕੇ ਦੇ ਖਿਲਾਫ ਉਹਨਾਂ ਨੇ ਕੈਂਡੀਡੇਟ ਨਹੀਂ ਭੇਜਿਆ। ਜੇ ਅਸੀਂ ਗੱਲ ਕਰੀਏ ਸਿਰਸਾ ਸਾਹਿਬ ਦੇ ਖਿਲਾਫ, ਕਿਉਂਕਿ ਉੱਥੇ ਸਰਨਾ ਸਾਹਿਬ ਖੜੇ ਨੇ, ਉੱਥੇ ਮਨਜੀਤ ਸਿੰਘ ਜੀਕੇ ਕੈਂਡੀਡੇਟ ਨਹੀਂ ਭੇਜ ਰਿਹਾ। ਸੋ ਇਹ ਅਨਸੈਡ ਜਿਹੜਾ ਅਲਾਇੰਸ ਹੈ ਇਹ ਸਾਫ਼ ਕਲੀਅਰ ਕਰਦਾ ਹੈ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਹੀ ਸਾਰਾ ਕੁਝ ਕਰ ਰਹੇ ਨੇ, ਭਾਵੇਂ ਉਹ ਸਰਨਾ ਸਾਹਿਬ ਦੀ ਪਾਰਟੀ ਹੋਏ, ਭਾਵੇਂ ਉਹ ਜੀਕੇ ਸਾਹਿਬ ਦੀ ਪਾਰਟੀ ਹੋਏ, ਭਾਵੇਂ ਭਾਈ ਰਣਜੀਤ ਸਿੰਘ ਹੋਏ। ਇਹ ਦਿਖਾਉਣ ਦੀ ਕੁਝ ਹੋਰ ਗੱਲਾਂ ਕਰਦੇ ਨੇ ਬਟ ਤੁਸੀਂ ਆਪ ਦੇਖੋ ਕਿ ਕਿਆ ਕੈਮਿਸਟਰੀ ਆਪਸ ਵਿੱਚ ਮਿਲਦੀ ਹੈ ਦੋਨਾਂ ਦੀ, ਬਾਠ ਦੀ ਔਰ ਦੀ ਸਰਨਾ ਸਾਹਿਬ ਦੀ। ਵਿਰੋਧੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਿਰਸਾ ਸਾਹਿਬ ਆਪ ਬੀਜੇਪੀ ਦੇ ਬੰਦੇ ਨੇ ਅੰਦਰ ਕਰ। ਦੇਖੋ ਜੋ ਮਰਜ਼ੀ ਕਹਿੰਦੇ ਰਹਿਣ ਜੀ, ਅਗਰ ਬੀਜੇਪੀ ਦੇ ਬੰਦੇ ਹੋਣ ਔਰ ਬੀਜੇਪੀ ਦੇ ਬੰਦੇ ਕੇਂਦਰ ਦੀ ਸਰਕਾਰਾਂ ਦੇ ਖਿਲਾਫ ਖੜੇ ਹੋ ਕੇ ਕਿਸਾਨ ਭਰਾਵਾਂ ਦੇ ਨਾਲ ਖੜਾ ਹੋ ਰਹੇ ਨੇ, ਜੇ ਉਹਨਾਂ ਦੇ ਖਿਲਾਫ ਗੱਲਾਂ ਕਰ ਰਹੇ ਨੇ, ਬੀਜੇਪੀ ਦੇ ਬੰਦੇ ਹੋਣ ਤੇ ਬੀਜੇਪੀ ਸਾਡੀ ਪਾਰਟੀ ਖਤਮ ਕਰਨ ਦੇ ਉੱਤੇ ਆਈ ਹੋਏ, ਸਾਡੇ ਸਿੰਬਲ ਨੂੰ ਖਤਮ ਕਰਨ ਦੀ ਗੱਲ ਸਰਦਾਰ ਤੁਸੀਂ ਆਪ ਉਹਨਾਂ ਦੀ ਬਾਈਟਾਂ ਲਈਆਂ ਹੋਣਗੀਆਂ, ਦੇਖਿਆ ਹੋਏਗਾ ਮਨਜੀਤ ਸਿੰਘ ਜੀਕੇ ਨੇ ਕਿੰਨਾ ਸ਼ੋਰ ਮਚਾਇਆ ਸੀ ਕਿ ਜੇ ਅਸੀਂ ਇਹਨਾਂ ਦੀ ਪਾਰਟੀ ਦਾ ਸਿੰਬਲ ਖਤਮ ਕਰਕੇ ਆਏ ਹਾਂ। ਦੂਜੇ ਦਿਨ ਜਦ ਕੋਰਟ ਨੇ ਮੂੰਹ ਤੇ ਚਪੇੜ ਮਾਰੀ ਤਾਂ ਪਤਾ ਚੱਲ ਗਿਆ, ਸਾਹਮਣੇ ਆ ਗਏ। ਸੋ ਇਹ ਲੋਕਾਂ ਦੇ ਮਨਸੂਬੇ ਤੁਹਾਡੇ ਸਾਹਮਣੇ ਨੇ। ਇਹ ਲੋਕ ਜੋ ਮਰਜ਼ੀ ਕਹਿੰਦੇ ਰਹਿਣ ਬਟ ਤੁਸੀਂ ਜਾ ਕੇ ਸੰਗਤ ਕੋਲ ਪੁੱਛੋ। ਭਾਈ ਰਣਜੀਤ ਸਿੰਘ ਦੀ ਗੱਲ ਕਰ ਰਹੇ ਸਾਂ, ਉਹਨਾਂ ਨੂੰ ਕੋਈ ਸੀਟ ਮਿਲਣ ਦੀ ਉਮੀਦ ਹੈ? ਤੁਹਾਨੂੰ ਕੀ ਲੱਗਦਾ? ਕਿਉਂਕਿ ਉਹ ਤਾਂ
ਕਹਿ ਰਹੇ ਨੇ ਉਹ ਸੱਚ ਬੋਲ ਰਹੇ ਨੇ, ਜੋ ਵੀ ਬਾਦਲਾਂ ਬਾਰੇ ਬੋਲ ਰਹੇ ਨੇ, ਚਾਹੇ ਉਹ ਬੇਅਦਬੀ ਮਾਮਲੇ ਨੂੰ ਲੈ ਕੇ, ਚਾਹੇ ਉਹ ਸਿੱਖ ਕੌਮ ਦੇ ਨੁਕਸਾਨ ਨੂੰ ਲੈ ਕੇ। ਉਹ ਕਹਿ ਰਹੇ ਨੇ ਕਿ ਬਾਦਲਾਂ ਨੇ ਸਭ ਤੋਂ ਵੱਡਾ ਨੁਕਸਾਨ ਸਿੱਖ ਕੌਮ ਦਾ ਕੀਤਾ, ਉਹਨਾਂ ਦਾ ਇਹ ਕਹਿਣਾ ਹੈ। ਦੇਖੋ, ਮੈਂ ਸਮਝਦਾ ਕਿ ਭਾਈ ਰਣਜੀਤ ਸਿੰਘ ਦੇ ਬਾਰੇ ਗੱਲ ਕਰਨਾ ਦਿੱਲੀ ਸ਼ਹਿਰ ਦੇ ਵਿੱਚ ਮੇਰੇ ਖਿਆਲ ਇਹ ਪੰਜਾਬ 'ਚ ਜਾ ਕੇ ਜੋ ਮਰਜ਼ੀ ਕਹਿੰਦੇ ਰਹਿਣ, ਇੱਥੇ ਟਾਈਮ ਵੇਸਟ ਕਰਨ ਵਾਲੀ ਗੱਲ ਹੈ। ਭਾਈ ਰਣਜੀਤ ਸਿੰਘ ਦੇ ਬਾਰੇ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿ ਇਹ ਅੱਜ ਅਗਰ ਭਾਈ ਰਣਜੀਤ ਸਿੰਘ ਅੱਜ ਠੀਕ ਕਹਿ ਰਹੇ ਨੇ ਤੇ ਫਿਰ ਅੱਜ ਤੋਂ ਪਿਛਲੀ ਚੋਣਾਂ ਦੇ ਵਿੱਚ ਠੀਕ ਨਹੀਂ, ਉਸ ਵਕਤ ਝੂਠ ਬੋਲ ਰਹੇ ਸੀ, ਉਸ ਵਕਤ ਸਰਨਿਆਂ ਨੂੰ ਗਾਲਾਂ ਕੱਢ ਰਹੇ ਸੀ, ਉਸ ਵਕਤ ਗਲਤ ਸੀ, ਜਾਂ ਉਸ ਦਿਨ ਗਲਤ ਸੀ ਜਾਂ ਅੱਜ ਗਲਤ ਨੇ। ਇਹ ਤੇ ਭਾਈ ਰਣਜੀਤ ਸਿੰਘ ਦਾ ਜਵਾਬ ਦੇ ਸਕਦੇ। ਧੰਨਵਾਦ ਜੀ। ਇਹ ਸਨ ਹਰਮੀਤ ਸਿੰਘ ਕਾਲਕਾ, ਜੋ ਕਿ ਦਿੱਲੀ ਕਮੇਟੀ ਦੀਆਂ ਇਲੈਕਸ਼ਨਾਂ ਦੇ ਦੌਰਾਨ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਨੇ। ਨਾਲ ਨਾਲ ਇਹਨਾਂ ਦਾ ਕਹਿਣਾ ਹੈ ਕਿ ਸਿਰਸਾ ਦੀ ਪਾਰਟੀ, ਸਿਰਸਾ ਜੋ ਕਿ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਹੈ, ਇਹ ਭਾਰੀ ਬਹੁਮਤ ਹਾਸਲ ਕਰੇਗੀ ਔਰ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ ਤੇ ਅਗਲੀ ਵਾਰ ਫਿਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਦੇ ਹੱਥ ਲੱਗੇਗੀ। ਕੈਮਰਾਮੈਨ ਮੋਨੂ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਦਿੱਲੀ।